ਕਾਂਗਰਸ ਪਾਰਟੀ ਹੈ ਜਿਹੜੀ ਹੁਣ ਹਾਸ਼ੀਏ ਤੇ ਜਾ ਲੱਗੀ ਹੈ, ਇਹ ਉਹਦੀ ਲੀਡਰਸ਼ਿਪ ਦਾ ਫੇਲਿਅਰ ਹੈ। ਇਹ ਸਭ ਤੋਂ ਪਹਿਲਾਂ ਤਾਂ ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਕਾਂਗਰਸ ਨੂੰ ਹੁਣ ਜਿਹੜੀ ਰਹਿੰਦੀ ਖੁੰਦੀ ਹੈ ਉਹਨੂੰ ਵੀ ਆਖਰੀ ਟੀਕਾ ਜ਼ਹਿਰ ਦਾ ਲਾ ਕੇ ਮਾਰਨਾ ਚਾਹੁੰਦੀ ਹੈ ਕਿ ਇਹਨੂੰ ਵੈਂਟੀਲੇਟਰ ਥਾਣੀ ਬਚਾ ਕੇ ਫਿਰ ਤੋਂ ਕੋਈ ਆਕਸੀਜਨ ਦੇ ਕੇ ਜ਼ਿੰਦਾ ਰੱਖਣਾ ਚਾਹੁੰਦੀ ਹੈ। ਤੇ ਹਿੰਦੀ 'ਚ ਚਾਟੂਕਾਰਤਾ ਕਹਿੰਦੇ ਆ ਤੇ ਪੰਜਾਬੀ 'ਚ ਚਾਪਲੂਸੀ ਕਹਿੰਦੇ ਜਿਹਨੂੰ। ਸੋ ਉਹ ਚਾਪਲੂਸੀ ਵਾਲਾ ਜਿਹੜਾ ਕਲਚਰ ਆ ਉਹ ਹਲੇ ਵੀ ਖਤਮ ਨਹੀਂ ਹੋ ਰਿਹਾ। ਇਹਦਾ ਮਤਲਬ ਹੈ ਕਿ ਮੁਲਕ ਨੇ ਉਹਨੂੰ ਨਕਾਰ ਦਿੱਤਾ ਹੈ। ਉਹਨਾਂ ਨੇ ਰਲ ਮਿਲ ਕੇ ਫਿਰ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਦਿੱਤਾ ਕਿ ਲੀਡਰ ਸਾਰੇ ਮੁਲਕ ਦੇ ਹੁੰਦੇ ਆ ਕਿਸੇ ਵੀ ਪਾਰਟੀ 'ਚ ਹੋਣ। ਔਰ ਦੂਜੇ ਪਾਸੇ ਜਿਹੜੀ ਹੈ ਬੀਜੇਪੀ ਨੂੰ ਵੀ ਪਰੰਪਰਾ ਤੈਅ ਕਰਨੀ ਚਾਹੀਦੀ ਹੈ। ਮੇਰਾ ਖਿਆਲ ਬੀਜੇਪੀ ਨੂੰ ਰਾਜਸਥਾਨ ਜਿਹੜਾ ਨਾ ਉਹ ਕਾਂਗਰਸ ਦੀ ਦਇਆ ਤੇ ਛੱਡ ਦੇਣਾ ਚਾਹੀਦਾ ਕਿ ਦੇਖ ਲਓ ਤੁਸੀਂ ਜੋ ਕਰਨਾ। ਅਗਰ ਕਿਸਾਨ ਵਿਚਾਰੇ ਕਰਜ਼ 'ਚ ਡੁੱਬੇ ਹੋਏ ਸੀ, ਉਹਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਲਈਆਂ। ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਇਲੈਕਟਡ ਕਰੈਕਟਰ ਨਹੀਂ ਹੈ ਕੋਈ, ਜਿਹੜੇ ਕਰੈਕਟਰ ਸਾਡੀ ਸੁਸਾਇਟੀ ਦਾ ਹੀ ਨਹੀਂ। ਜਦੋਂ ਅਸੀਂ ਗੱਲ ਕਰ ਰਹੇ ਜਿਸ ਵੇਲੇ ਆਪਾਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਜਦੋਂ 70 ਲੱਖ ਰੁਪਈਆ ਤੈਅ ਜਿਹੜਾ ਖਰਚਦੇ ਤਾਂ 8-10 ਕਰੋੜ ਵੀ ਹੈ। ਅੱਜ ਕਹਿੰਦੇ ਇੱਕ MLA ਦਾ ਇਲੈਕਸ਼ਨ ਲੜਨ ਲਈ 2 ਕਰੋੜ ਰੁਪਈਆ ਚਾਹੀਦਾ। ਹੁਣ ਜਿਹੜਾ 2 ਕਰੋੜ ਜਾਂ ਉੱਤੇ MP ਬਣਨ ਲਈ 10 ਕਰੋੜ ਖਰਚ ਕੇ ਗਿਆ, ਜਿਹੜੀਆਂ ਤਨਖਾਹਾਂ ਵੀ ਧੜਾ ਵਧਾ ਲੈਂਦੇ ਆ। ਅੱਛਾ, ਉਸ ਵੇਲੇ ਤਾਂ ਸਰਕਾਰ ਨੇ ਇਹਨੂੰ 14 ਗਨਮੈਨ ਦੇ ਦਿੱਤੇ, 8 ਦੇ ਨਾਲ ਤੁਰੇ ਫਿਰਦੇ, 5 ਦੇ ਘਰ ਦੇ ਬਾਹਰ ਸੀ, ਇਹਨੂੰ ਖਤਰਾ। ਅੱਛਾ, ਹੁਣ ਜਦੋਂ ਇਹਨੂੰ ਇੰਦੌਰ ਤੋਂ ਫੜ ਕੇ ਲਿਆਂਦਾ ਤੇ 1 ਮਿੰਟ 'ਚ ਖਤਰਾ ਖਤਮ ਹੋ ਗਿਆ। ਉਹਦੇ ਘਰੋਂ ਵੀ ਚੱਕਦੇ ਤੇ ਦੂਜੇ ਵੀ ਚੱਕਦੇ। ਸੂਰੀ ਨੂੰ ਜਿਸ ਤਰੀਕੇ ਨਾਲ ਦੱਬਿਆ, ਕਿਉਂਕਿ ਸੂਰੀ ਦੇ ਇਸ ਵਜ੍ਹਾ ਦੇ ਨਾਲ ਬੜਾ ਮਾਹੌਲ ਖਰਾਬ ਹੋ ਰਿਹਾ ਸੀ। ਦਰਸ਼ਕੋ, ਆਸ਼ਾ ਕਰਦੇ ਹਾਂ ਕਿ ਤੁਹਾਡਾ ਰਵੀਵਾਰ ਬਹੁਤ ਸੁਖਾਵਾਂ ਔਰ ਬਹੁਤ ਸ਼ਾਨਦਾਰ ਗੁਜ਼ਰਿਆ ਹੋਏਗਾ। ਤੇ ਅੱਜ ਸੋਮਵਾਰ ਹੈ ਤਾਂ ਫਿਰ ਤੋਂ ਅਸੀਂ ਹਾਜ਼ਰ ਹਾਂ ਖਬਰਾਂ ਦੀ ਖਬਰ ਪ੍ਰੋਗਰਾਮ ਲੈ ਕੇ। ਮੈਂ ਹਾਂ ਰਵੀ ਰੌਣਕਰ ਤੇ ਮੇਰੇ ਸਾਥੀ ਰਾਕੇਸ਼ ਸ਼ਾਂਤੀ ਦੂਤ ਜੀ। ਅੱਜ ਅਸੀਂ ਪੋਲਿਟਿਕਸ ਦੀ ਇੱਕ ਵੱਡੀ ਖਬਰ ਤੋਂ ਸ਼ੁਰੂਆਤ ਕਰਾਂਗੇ ਕਿ ਰਾਜਸਥਾਨ ਦੇ ਵਿੱਚ ਯੁਵਾ ਕਾਂਗਰਸੀ ਲੀਡਰ ਸਚਿਨ ਪਾਇਲਟ ਜਿਹੜੇ ਨੇ ਹੁਣ ਉਹ ਬਾਗੀ ਹੋ ਗਏ ਨੇ ਔਰ ਆਪਣੇ 30 ਸਾਥੀਆਂ ਦੇ ਨਾਲ ਉਹ ਇਸ ਵਕਤ ਦਿੱਲੀ 'ਚ ਰੁਕੇ ਹੋਏ ਨੇ। ਔਰ ਲੱਗ ਰਿਹਾ ਕਿ ਰਾਜਸਥਾਨ 'ਚ ਵੀ ਫਿਰ ਉਹੀ ਮੱਧ ਪ੍ਰਦੇਸ਼ ਵਾਲਾ ਕੰਮ ਹੋਏਗਾ, ਜਿਹੜਾ ਕਿ ਉਹ BJP ਸ਼ਾਮਿਲ ਹੋ ਜਾਣਗੇ ਜਾਂ ਫਿਰ ਕੀ ਤਿਕੜਮ ਚੱਲ ਰਿਹਾ ਸਰ, ਇਹ ਥੋੜਾ ਸਮਝਾਓ। ਰਵੀ ਜੀ, ਤੁਸੀਂ ਪਹਿਲਾਂ ਤਾਂ ਮੈਂ ਥੋੜੀ ਜਿਹੀ ਅਸਹਿਮਤੀ ਵਿਅਕਤ ਕਰਨੀ ਹੈ। ਇਸ ਦ੍ਰਿਸ਼ਟੀ ਨਾਲ ਨਹੀਂ ਅਸਹਿਮਤੀ ਕਿ ਮਤਲਬ ਤੁਸੀਂ ਇਹ ਗੱਲ ਨੂੰ ਮਤਲਬ ਤਰਕ ਨਹੀਂ ਹੈ ਤੁਹਾਡਾ ਇਹ 'ਚ ਜੀ। ਤੁਸੀਂ ਕਿਹਾ ਵੀ ਬੜੀ ਵੱਡੀ ਖਬਰ ਹੈ। ਸੋ ਵੱਡੀ ਖਬਰ ਉਦੋਂ ਹੁੰਦੀ ਹੈ ਜਦੋਂ ਕੋਈ ਵਿਰਲੀ ਗੱਲ ਹੋਵੇ। ਹੁਣ ਤਾਂ ਇਹ ਮੁਲਕ 'ਚ ਆਮ ਹੀ ਗੱਲ ਹੈ। ਅੱਛਾ ਜੀ, ਇਹ ਸਾਡੇ ਮੁਲਕ ਦੀ ਰਾਜਨੀਤੀ ਦਾ ਹਿੱਸਾ ਬਣ ਗਿਆ ਜੀ ਕਿ ਇਸ ਤਰ੍ਹਾਂ ਜਿਹੜੇ ਲੋਕ ਆ ਉਹ ਅਸੰਤੁਸ਼ਟ ਹੁੰਦੇ ਆ। ਇਹਦੇ ਨਾਲ ਕਈ ਪਹਿਲੂ ਆ ਇਸ ਗੱਲ ਦੇ, ਜਿਹੜੇ ਤੁਸੀਂ ਪੁੱਛਿਆ ਕਿ ਇਹਦੇ ਮਗਰ ਕੀ ਹੈ। ਦੇਖੋ, ਸਿਆਸੀ ਇਹਦੇ ਮਗਰ ਜਿਹੜਾ ਮਤਲਬ ਇਮੀਡੀਏਟ ਤੌਰ ਤੇ ਲੋਕਾਂ ਨੂੰ ਅੱਜ ਲੋਕ ਸਾਰਾ ਕੁਝ ਸਮਝਦੇ ਆ ਕਿ ਕੀ ਹੋ ਰਿਹਾ ਜੀ। ਜੇ ਆਪਾਂ ਇਹਨੂੰ ਪਾਰਟੀਆਂ ਦੇ ਲੈਵਲ ਤੇ ਪਹਿਲਾਂ ਡਿਸਕਸ ਕਰੀਏ ਤੇ ਫਿਰ ਇਹ ਐਸਾ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਹੁਣ ਹਾਸ਼ੀਏ ਤੇ ਜਾ ਲੱਗੀ ਹੈ। ਮੁਲਕ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਜਿਹਨੇ ਸਭ ਤੋਂ ਵੱਧ ਰਾਜ ਕੀਤਾ ਹੈ, ਇਹ ਉਹਦੀ ਲੀਡਰਸ਼ਿਪ ਦਾ ਫੇਲਿਅਰ ਹੈ। ਫੇਲ ਤੇ ਉਹ ਵੈਸੇ ਹੋ ਗਏ ਜਦੋਂ ਸੀਟਾਂ ਦੀ 40-44 ਤੇ ਆ ਪਹੁੰਚੇ ਤਾਂ ਉਹ ਖਤਮ ਹੀ ਨੇ। ਬਟ ਇਸ ਹਾਲਤ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੇ ਅੰਦਰ ਜਿਹੜਾ ਪਾਰਟੀ ਦੇ ਸੁਧਾਰ ਦੀ ਜਿਹੜੀ ਇੱਛਾ ਹੈ ਉਹ ਨਹੀਂ ਦਿਸ ਰਹੀ। ਕਿਉਂਕਿ ਇਹ BJP ਨੂੰ ਦੋਸ਼ ਦਿਓ ਜਾਂ ਕਿਸੇ ਹੋਰ ਨੂੰ ਦੋਸ਼ ਦਿਓ ਵੀ ਉਹ ਕਰਾ ਰਹੀ ਹੈ ਉਹ ਜਾਂ ਇੱਦਾਂ ਹੋ ਰਿਹਾ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਸ਼ਾਇਦ ਇਹ ਹੋਏਗਾ। ਇਹ ਸਭ ਤੋਂ ਪਹਿਲਾਂ ਤਾਂ ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਕਾਂਗਰਸ ਨੂੰ ਹੁਣ ਜਿਹੜੀ ਰਹਿੰਦੀ ਖੁੰਦੀ ਹੈ ਉਹਨੂੰ ਵੀ ਆਖਰੀ ਟੀਕਾ ਜ਼ਹਿਰ ਦਾ ਲਾ ਕੇ ਮਾਰਨਾ ਚਾਹੁੰਦੀ ਹੈ ਕਿ ਇਹਨੂੰ ਵੈਂਟੀਲੇਟਰ ਥਾਣੀ ਬਚਾ ਕੇ ਫਿਰ ਤੋਂ ਕੋਈ ਆਕਸੀਜਨ ਦੇ ਕੇ ਜ਼ਿੰਦਾ ਰੱਖਣਾ ਚਾਹੁੰਦੀ ਹੈ। ਕਿਉਂਕਿ ਦੇਖੋ, ਕਾਂਗਰਸ ਦੇ ਅੰਦਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਪਰਿਵਾਰਵਾਦ ਦੀ ਗੱਲ ਤਾਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਕਾਂਗਰਸ ਤੋਂ ਸ਼ੁਰੂ ਹੋਇਆ ਸੀ, ਹੁਣ ਕਈ ਪਾਰਟੀਆਂ ਦੇ ਵਿੱਚ ਹੈ, ਅੱਜ ਵੀ ਹੈ। ਪਰ ਉਹਦੇ ਬਾਵਜੂਦ ਜਿਹੜੀਆਂ ਵੱਡੀਆਂ ਜਿਹੜੀਆਂ ਜਨਤਕ ਪਾਰਟੀਆਂ ਹੁੰਦੀਆਂ, ਬੜੀਆਂ ਵੱਡੇ ਅਦਾਰੇ, ਜਿਹੜੀਆਂ ਨੈਸ਼ਨਲ ਪਾਰਟੀ ਆਖਰ, ਉਹਦੇ ਵਿੱਚ ਬਹੁਤ ਸਾਰੇ ਵਰਕਰਸ ਕੰਮ ਕਰ ਰਹੇ ਨੇ, ਬਹੁਤ ਸਾਰੇ ਲੀਡਰਸ ਕੰਮ ਕਰ ਰਹੇ ਨੇ, ਟੈਲੈਂਟਡ ਲੋਕ ਨੇ। ਉਹ ਜਦੋਂ ਉਹ ਜਿਹੜੀ ਕਹਿੰਦੇ ਨੇ ਵੀ ਹਿੰਦੀ 'ਚ ਚਾਟੂਕਾਰਤਾ ਕਹਿੰਦੇ ਆ ਤੇ ਪੰਜਾਬੀ 'ਚ ਚਾਪਲੂਸੀ ਕਹਿੰਦੇ ਜਿਹਨੂੰ। ਸੋ ਉਹ ਚਾਪਲੂਸੀ ਵਾਲਾ ਜਿਹੜਾ ਕਲਚਰ ਆ ਉਹ ਹਲੇ ਵੀ ਖਤਮ ਨਹੀਂ ਹੋ ਰਿਹਾ। ਤੁਸੀਂ ਦੇਖੋ ਕਿ ਰਾਹੁਲ ਗਾਂਧੀ ਨੂੰ ਅਗਰ ਉਸ ਲੀਡਰਸ਼ਿਪ ਦੇ ਤੌਰ ਤੇ ਲਈਏ ਤੇ ਜਿੰਨੇ ਉਹਨਾਂ ਨੇ ਵੱਡੇ ਲੋਕਤੰਤਰ ਜਿਹੜੇ ਲੋਕ ਸਭਾ ਦੇ 2 ਵੱਡੇ ਚੋਣ ਹਰੇ ਆ, ਉਹਨਾਂ ਦੀ ਲੀਡਰਸ਼ਿਪ 'ਚ ਹੀ ਕਵਾਂਗੇ ਉਹਨਾਂ ਦੀ, ਕਿਉਂਕਿ ਉਹ ਲੀਡ ਕਰ ਰਹੇ ਸੀ ਉਸ ਕੰਪੇਨ ਨੂੰ। ਇਹਦਾ ਮਤਲਬ ਹੈ ਕਿ ਮੁਲਕ ਨੇ ਉਹਨੂੰ ਨਕਾਰ ਦਿੱਤਾ। ਫਿਰ ਉਸ ਆਦਮੀ ਨੇ ਰਿਜ਼ਾਈਨ ਵੀ ਕਰਤਾ ਜੀ ਕਿ ਮੈਂ ਇਹਦਾ ਪ੍ਰਧਾਨ ਨਹੀਂ ਬਣਨਾ, ਪਰ ਉਹਨਾਂ ਨੇ ਰਲ ਮਿਲ ਕੇ ਫਿਰ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਦਿੱਤਾ। ਕਿ ਐਸੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਕੋਈ ਲੀਡ ਕਰਨ ਲਈ ਕੈਪੈਸਿਟੀ ਨਹੀਂ ਹੈ ਕਿਸੇ 'ਚ। ਹੁਣ ਜਦੋਂ ਫਿਰ ਗੱਲ ਤੁਰੀ ਕਿ ਸੋਨੀਆ ਗਾਂਧੀ ਦਾ 1 ਸਾਲ ਦਾ ਜਿਹੜਾ ਉਹ ਐਗਜ਼ੀਕਿਊਟਿਵ ਉਹਦੀ ਪ੍ਰੈਜ਼ੀਡੈਂਟਸ਼ਿਪ ਸੀ, ਉਹਦਾ ਦੌਰ ਖਤਮ ਹੋ ਰਿਹਾ, ਤਾਂ ਫਿਰ ਇੱਕ ਪਲਾਨ ਕੀਤਾ ਗਿਆ ਜੀ ਕਿ ਵਰਚੁਅਲ ਮੀਟਿੰਗ ਕੀਤੀ ਗਈ ਤੇ ਜੀ ਸਾਰੇ ਮੈਂਬਰ ਪਾਰਲੀਮੈਂਟਸ ਨੇ ਕਿਹਾ ਜੀ ਉਹਨਾਂ ਨੂੰ ਬਣਾਉਣਾ ਚਾਹੀਦਾ। ਇਹਨੂੰ ਤੁਸੀਂ ਜਿਹੜਾ ਕਾਂਗਰਸ ਇੱਕ ਡੈਮੋਕ੍ਰੈਟਿਕ ਪਾਰਟੀ ਹੈ, ਬੜੀ ਵੱਡੀ ਪਾਰਟੀ ਹੈ, ਇਹਦਾ ਮੁੱਕਣਾ ਮੁਲਕ ਲਈ ਵਧੀਆ ਨਹੀਂ ਹੈਗਾ। ਕਿਉਂਕਿ ਇਹ ਮੁਲਕ ਦੇ ਵਿੱਚ ਇੱਕ ਅੱਛੀ ਆਪੋਜੀਸ਼ਨ ਆਲਵੇਜ਼ ਚਾਹੀਦੀ ਹੈ, ਚਾਹੇ ਇੱਧਰ ਦੀ ਹੋਵੇ ਚਾਹੇ ਉੱਧਰ ਦੀ ਹੋਵੇ। ਸੋ ਇਹ ਮੈਂ ਤੇ ਇਹਨੂੰ ਇਹ ਲਊਂਗਾ ਵੀ ਕਾਂਗਰਸ ਦੀ ਇਹ ਵੱਡਾ ਫੇਲਿਅਰ ਹੈ।
ਔਰ ਦੂਸਰੀ ਗੱਲ ਮੈਂ ਇਹ ਦਊਂਗਾ, ਇਹ ਦੇਖੋ ਇੱਕ ਹੋਰ ਗੱਲ ਇਹਦੇ 'ਚ ਇਹ ਹੈਗੀ ਹੈ, ਫਿਰ ਦੂਸਰਾ ਰਾਜਨੀਤਿਕ ਕਲਚਰ ਦੀ ਗੱਲ ਆ ਜਾਂਦੀ ਹੈ। ਸੋ ਅਗਰ ਕਾਂਗਰਸ ਦੇ ਅੰਦਰ ਇਸ ਵਜ੍ਹਾ ਕਰਕੇ ਕਿ ਕਿਸੇ ਨੂੰ ਲੀਡਰਸ਼ਿਪ ਨਹੀਂ ਮਿਲ ਰਹੀ, ਕਿਸੇ ਨੂੰ ਚੀਫ ਮਿਨਿਸਟਰਸ਼ਿਪ ਨਹੀਂ ਮਿਲ ਰਹੀ, ਕੋਈ ਅਸੰਤੁਸ਼ਟ ਹੈ ਕਿਸੇ ਗੱਲ ਤੋਂ, ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਜਿਸ ਤੁਹਾਡੇ ਮੈਨੀਫੈਸਟੋ ਤੇ ਚੁਣਿਆ, ਲੋਕਾਂ ਨੇ ਤੁਹਾਨੂੰ ਜਿਸ ਪਾਰਟੀ ਤੇ ਚੁਣਿਆ, ਕਿ ਉਹ ਤੁਹਾਡਾ ਆਪਣਾ ਬਾਪ ਦਾ ਰਾਜ ਹੋ ਗਿਆ ਕਿ ਜਦੋਂ ਮਰਜ਼ੀ ਛੱਡ ਕੇ ਜਿੱਧਰ ਮਰਜ਼ੀ ਚਲੇ ਜਾਈਏ। ਸੋ ਇਹ ਵੀ ਜਿਹੜਾ ਹੈਗਾ ਕਿ ਜਿਹੜੀ ਗੱਲਾਂ ਨੂੰ ਲੈ ਕੇ ਸਾਡੀ ਜਿਹੜੀ ਮਤਲਬ ਅਸੀਂ ਭਾਜਪਾ ਦੀ ਵੀ ਅਗਰ ਗੱਲ ਕਰਦੇ ਹਾਂ, ਜਿਹੜੀ ਲੰਬੇ ਸਮੇਂ ਤੋਂ ਇਸ ਗੱਲ ਦਾ ਵਿਰੋਧ ਕਰਦੀ ਹੁੰਦੀ ਸੀ ਕਿ ਇਸ ਕਿਸਮ ਦਾ ਸਰਕਾਰਾਂ ਦਾ ਡੇਗਣਾ ਇਹ ਚੰਗਾ ਨਹੀਂ ਹੈਗਾ, ਤੇ ਉਹਦੇ ਵਿੱਚ ਗੱਲ ਇਹ ਆ ਜਾਂਦੀ ਹੈ ਫਿਰ ਉਹ ਕਲਚਰ ਤੇ ਉਹੀ ਰਿਹਾ। ਮੱਧ ਪ੍ਰਦੇਸ਼ ਹੋ ਗਿਆ ਤੁਹਾਡੇ, ਫਿਰ ਜੋ ਗੱਲ ਮਹਾਰਾਸ਼ਟਰ 'ਚ ਹੋਈ ਸੀ, ਕਿੱਡੀ ਵੱਡੀ ਗੱਲ ਹੋਈ ਸੀ, ਉਹ ਰਾਤੋਂ ਉਰੇ ਜਿਹੜੀ ਹੈਗੀ ਕਰਨਾਟਕ 'ਚ ਕੀ ਹੋਇਆ, ਗੋਆ 'ਚ ਕੀ ਹੋਇਆ। ਸੋ ਇਸ ਕਰਕੇ ਇਹਦਾ ਮਤਲਬ ਹੈ ਕਿ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ, ਜਿਹੜੇ ਸਾਡੇ ਰਾਜਨੀਤਿਕ ਦਲ ਹੈ, ਉਹ ਇਸ ਕਲਚਰ ਜਿਹੜਾ ਬਣਾ ਲਿਆ ਇਹਨਾਂ ਨੇ, ਜਿਹੜਾ ਸਾਡਾ ਜਿਹੜਾ ਕਲਚਰ ਹੈ ਕਿ ਸੁੱਟਣਾ ਬਣਾਉਣਾ, ਮਤਲਬ ਅੱਜ ਠੀਕ ਹੈ ਬੀਜੇਪੀ ਨੂੰ ਅਸੀਂ ਇਹ ਦੋਸ਼ ਨਹੀਂ ਦੇ ਸਕਦੇ ਕਿ ਉਹ ਕਿਉਂਕਿ ਕਾਂਗਰਸ ਦੇ ਇਸ ਚੱਕਰ ਦੇ ਕਿ ਕਾਂਗਰਸ ਦੀ ਇੰਟਰਨਲ ਫਾਈਟ ਜਿਹੜੀ ਹੈਗੀ ਉਹਦਾ ਰਿਜ਼ਲਟ ਹੈ। ਪਰ ਫਿਰ ਕੀ ਜਿਹੜੀ ਬੀਜੇਪੀ ਅਗਰ ਇਹਦਾ ਅਪੋਰਚੁਨਿਟੀ ਮੱਧ ਪ੍ਰਦੇਸ਼ ਨੂੰ ਚੁੱਕਦੀ ਹੈ ਤਾਂ ਕੀ ਅਸੀਂ ਇਸ ਗੱਲ ਨੂੰ ਮੰਨਾਂਗੇ ਵੀ ਬੀਜੇਪੀ ਕਲਚਰ ਬਦਲਣਾ ਚਾਹੁੰਦੀ ਹੈ? ਜੇ ਉਹਨਾਂ ਨੇ ਆਪਸੀ ਹੈ ਪਹਿਲਾਂ ਤਾਂ ਉਹ ਆਪਣੇ ਉਹਦੇ ਉੱਤੇ ਕਰ ਲਵੇ। ਜਿਹੜਾ ਸਚਿਨ ਪਾਇਲਟ ਹੈ, ਦੇਖੋ ਸਚਿਨ ਪਾਇਲਟ ਦੀਆਂ ਹਾਲੇ ਕਿ ਕਈ ਓਬਜੈਕਸ਼ਨਸ ਬੜੀਆਂ ਜਾਇਜ਼ ਹੈ। ਉਹਨੇ ਕਿਹਾ ਕਿ ਮੇਰੇ ਨਾਲ ਐਸਾ ਬਿਹੇਵੀਅਰ ਕੀਤਾ ਅਸ਼ੋਕ ਗਹਿਲੋਤ ਨੇ, ਹਾਲਾਂਕਿ ਅਸ਼ੋਕ ਗਹਿਲੋਤ ਵੀ ਅਕਸ ਦੇ ਪੱਖੋਂ ਬੜਾ ਸਾਫ਼ ਹੈ, ਉਹਦੇ ਉੱਪਰ ਅਜੇ ਤੱਕ ਕੋਈ ਐਲੀਗੇਸ਼ਨ ਐਸੇ ਨਹੀਂ ਲੱਗੇ ਕੋਈ ਉਸ ਕਿਸਮ ਦੇ ਹੈਗੇ, ਕਾਬਲ ਲੀਡਰ ਵੀ ਹੈਗਾ। ਪਰ ਉਹਨਾਂ ਨੇ ਜਿਹੜੀ ਗੱਲ ਇਹ ਕਹੀ ਹੈ, ਉਹਨੇ ਕਿਹਾ ਵੀ ਮੇਰੀ ਜਿਹੜੀ ਹੈ, ਮੈਂ ਉਹ ਡਿਪਟੀ ਚੀਫ ਮਿਨਿਸਟਰ ਹੈ, ਉਹ ਕਹਿੰਦੇ ਵੀ ਮੇਰੀ ਜਸੂਸੀ ਕਰਾਈ ਗਈ ਹੈ। ਦੂਸਰੇ ਪਾਸੇ ਆਪਾਂ ਗਹਿਲੋਤ ਦੀ ਗੱਲ ਮੰਨੀਏ ਤੇ ਜਿਸ ਤਰ੍ਹਾਂ ਦੀਆਂ ਉਹ ਸਾਹਮਣੇ ਆ ਰਹੀਆਂ ਗੱਲਾਂ, ਉਹਨੇ ਇੱਕ ਸਿਸਟਮੈਟਿਕਲੀ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਗੱਲ ਨੂੰ ਐਕਸਪੋਜ਼ ਕਰੇ ਕਿ ਜਿਹੜੇ ਉਹ ਦੋ ਵਿਧਾਇਕ ਫੜੇ ਗਏ ਆ, ਦੋ ਵਿਧਾਇਕ ਜਿਹੜੇ ਫੜੇ ਗਏ ਆ, ਉਹ ਸਰਕਾਰੀ ਮਸ਼ੀਨਰੀ ਦੇ ਜ਼ਰੀਏ ਐਕਸਪੋਜ਼ ਕਰਨਾ ਚਾਹੁੰਦਾ ਹੈ ਕਿ ਕਾਂਗਰਸ ਦੇ ਜਿਹੜੀ ਸਾਜ਼ਿਸ਼ ਹੋ ਰਹੀ ਸੀ ਉਹਦੀ ਜਾਣਕਾਰੀ ਸਚਿਨ ਪਾਇਲਟ ਨੂੰ ਵੀ ਸੀ। ਅੱਛਾ, ਕੱਲ ਮੈਂ ਇੱਕ ਟੀਵੀ ਤੇ ਸੁਣ ਰਿਹਾ ਸੀ, ਉਹ ਕਹਿੰਦਾ ਸੀ ਵੀ ਉਹ ਜੀ ਸਚਿਨ ਪਾਇਲਟ ਨੇ ਵੀ ਹੁਣ ਆਪਣਾ ਰਾਜਨੀਤਿਕ ਭਵਿੱਖ ਦੇਖਣਾ ਕਿਉਂਕਿ ਕਾਂਗਰਸ 'ਚ ਉਹਦੀ ਸੁਣੀ ਨਹੀਂ ਜਾ ਰਹੀ। ਅੱਛਾ, ਹੁਣ ਰਾਜਨੀਤਿਕ ਭਵਿੱਖ ਦੇਖਣ ਲਈ ਤੁਸੀਂ ਕਨਸਟੀਟਿਊਸ਼ਨਲ ਸਿਸਟਮ ਤੋੜ ਦਿਓਗੇ? ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਵੀ ਜਿਹੜੇ ਤੁਹਾਡੇ ਨਾਲ ਅਗਰ ਜ਼ਿਆਦਾ ਵਿਧਾਇਕ ਨੇ ਤਾਂ ਫਿਰ ਤੁਸੀਂ ਪਾਰਟੀ ਦੇ ਅੰਦਰ ਜਿਹੜੀ ਅੱਜ ਸਥਿਤੀ ਪੈਦਾ ਹੋਈ ਹੈ, ਜਿਹੜੀ ਰਾਜਸਥਾਨ ਦੀ ਜਿਹੜੀ ਵਿਧਾਨ ਸਭਾ 'ਚ ਕਿ ਉਹ ਕਹਿ ਰਿਹਾ ਕਿ ਮੇਰੇ ਨਾਲ 30 ਵਿਧਾਇਕ ਹੈ, ਤਾਂ ਫਿਰ ਉਹ ਫਲੋਰ ਦੇ ਉੱਤੇ ਜਿਹੜਾ ਹੈਗਾ ਉਹ ਵਿਦਿਨ ਪਾਰਟੀ ਜਿਹੜਾ ਆਪਣਾ ਵਿਸ਼ਵਾਸ ਦੱਸਣ ਕਿ ਮੈਂ ਚੀਫ ਮਿਨਿਸਟਰ, ਮੈਨੂੰ ਲੋਕਾਂ ਨੇ ਵੀ ਚੀਫ ਮਿਨਿਸਟਰ ਚੁਣਿਆ। ਅੱਛਾ, ਜੇ ਉਹ ਤੁਸੀਂ ਤੋੜ ਕੇ ਜਾਂਦੇ ਜੇ ਫਿਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਸਟੀਫਾਈ ਕਰ ਪਾਇਆ ਰਹੇ ਜਿਸ ਗੱਲ ਨੂੰ। ਅਗਰ ਉਹ ਸਿਰਫ ਅਗਰ ਉਹਨਾਂ ਦਾ ਪਾਰਟੀ ਤੋਂ ਹੀ ਮਤਲਬ ਨਾਰਾਜ਼ਗੀ ਹੈ ਤਾਂ ਫਿਰ ਉਹ ਇਹ ਦੱਸਣ ਕਿ ਪਾਰਟੀ ਦੇ ਬਹੁਤੇ ਵਿਧਾਇਕ ਮੇਰੇ ਨਾਲ ਹੈ, ਉਹਨੂੰ ਫਲੋਰ ਤੇ ਲੈ ਜਾਣ ਤਾਂ ਮੈਂ ਚੀਫ ਮਿਨਿਸਟਰ ਚੁਣੇ ਜਾਣ, ਪਾਰਟੀ ਨਾਲ ਇਸ ਕਿਸਮ ਦੀ ਬਗਾਵਤ ਕਰਨ, ਫਿਰ ਪਾਰਟੀ ਕੱਢਦੇ ਇੱਕ ਡਿਫਰੈਂਟ ਚੀਜ਼ ਹੈ। ਪਰ ਅਗਰ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ ਮੇਰੇ ਨਾਲ 20 ਵਿਧਾਇਕ ਨੇ, ਮੈਂ ਬਾਹਰ ਰਹਿ ਕੇ ਮਤਲਬ ਜਿਹੜੀ ਉਹ ਬਾਰਗੇਨਿੰਗ ਕਰ ਰਿਹਾ, ਸੋ ਮੈਨੂੰ ਇਹ ਲੱਗਦਾ ਕਿ ਕਾਂਗਰਸ ਦਾ ਫੇਲਿਅਰ ਆ ਪੂਰਾ। ਕਾਂਗਰਸ ਨੂੰ ਚਾਹੀਦਾ ਹੈ ਕਿ ਜਿਹੜੇ ਚੰਗੇ ਲੀਡਰ ਹੈ, ਕਿਉਂਕਿ ਮੁਲਕ ਲਈ ਲੀਡਰ ਸਾਰੇ ਮੁਲਕ ਦੇ ਹੁੰਦੇ ਆ, ਕਿਸੇ ਵੀ ਪਾਰਟੀ 'ਚ ਹੋਣ। ਹੁਣ ਦੇਖੋ ਹਲੇ ਕਿ ਬੀਜੇਪੀ ਦੇ ਅੰਦਰ ਦੀ ਗੱਲ ਕਰੀਏ ਤੇ ਬੀਜੇਪੀ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਨਵੇਂ ਚਿਹਰੇ ਜਿਹੜੇ ਆ ਉਹ ਖੜੇ ਕੀਤੇ ਆ। ਹਲੇ ਕਿ ਪ੍ਰਧਾਨ ਮੰਤਰੀ ਨੇ ਵੀ ਬਹੁਤ ਸਾਰੇ ਮਿਨਿਸਟਰ ਜਿਹੜੇ ਆ ਉਹ ਨਵੇਂ ਚਿਹਰਿਆਂ 'ਚ ਬਣਾਏ ਆ। ਪਾਰਟੀ ਲੀਡਰਸ਼ਿਪ ਵੀ ਜਿਹੜੇ ਆ ਉਹ ਕੰਪੈਰੇਟਿਵਲੀ ਪੁਰਾਣੇ ਜਿਹੜੇ ਸਾਡੇ ਲੀਡਰ ਸੀ ਉਹਨਾਂ ਤੋਂ ਥੋੜ੍ਹੇ ਲੱਗਦਾ ਵੀ ਯਾਰ ਇੰਨੇ ਅਨੁਭਵੀ ਹੋਣਗੇ। ਪਰ ਉਹਦੇ ਵਿੱਚ ਤਾਂ ਇੱਕ ਸਟ੍ਰੈਟਜੀ ਕਿਤੇ ਇੱਕ ਇਹ ਵੀ ਨਜ਼ਰ ਆਉਂਦੀ ਹੈ ਕਿ ਵੀ ਜਿਹੜੇ ਇਸ ਕਿਸਮ ਦੀ ਜਿਹੜੀ ਮਿਨਿਸਟਰੀਆਂ ਬਣੀਆਂ ਜਾਂ ਉਹ ਦੂਜੀਆਂ ਬਣੀਆਂ, ਤਾਂ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਲੌਂਗ ਟਰਮ ਪਲੈਨਿੰਗ ਹੈ ਕਿ ਮੈਂ 25 ਸਾਲ ਰਾਜ ਕਰੂੰਗਾ, ਕਿ ਇਹ ਹਲੇ ਅਨੁਭਵੀ ਨਹੀਂ ਹੈਗੇ ਕਿਉਂਕਿ ਅਨੁਭਵੀ ਜੀਣ ਨਹੀਂ ਦਿੰਦੇ। ਸੋ ਇਹਦਾ ਜਿਹੜਾ ਅਸਰ ਹੈ ਉਧਰ ਵੀ ਆਉਣਾ ਸ਼ੁਰੂ ਹੋ ਗਿਆ। ਬਈ ਜੀ ਬੀਜੇਪੀ ਵਾਲਿਆਂ ਨੇ ਤਾਂ ਯੰਗ ਲੋਕਾਂ ਨੂੰ ਦੇ ਦਿੱਤਾ, ਤੁਸੀਂ ਸਾਨੂੰ ਦਿੰਦੇ ਹੀ ਨਹੀਂ। ਹਲੇ ਕਿ ਚਾਹੀਦਾ ਇਹ ਹੈ ਕਿ ਜਿਹੜੀ ਪਾਵਰ ਜਾਂ ਜਿਹੜੀ ਜ਼ਿੰਮੇਵਾਰੀਆਂ ਦੀ ਟਰਾਂਸਫਰ ਹੈ ਉਹ ਸਿਸਟਮੈਟਿਕ ਹੀ ਹੋਵੇ। ਥੋੜ੍ਹੇ ਜਿਹੇ ਉਮਰਦਰਾਜ਼ ਲੋਕ ਹੋਣ ਜਿਨ੍ਹਾਂ ਕੋਲ ਅਨੁਭਵ ਹੈ, ਥੋੜ੍ਹੇ ਜਿਹੇ ਨਵੇਂ ਹੋਣ ਤਾਂ ਫਿਰ ਮੁਲਕ ਨੂੰ ਚੰਗੀ ਦਿਸ਼ਾ ਮਿਲ ਸਕਦੀ ਹੈ। ਪਰ ਇਹ ਜਦੋਂ ਅਸੀਂ ਪਾਰਟੀਆਂ ਦੇ ਲੈਵਲ ਤੇ ਗੱਲ ਕਰਦੇ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਦਾ ਇਹ ਵੱਡਾ ਫੇਲਿਅਰ ਹੈ। ਕਾਂਗਰਸ ਨੂੰ ਆਪਣੇ ਅੰਦਰ ਜਿਹੜਾ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਇਹੋ ਜਿਹੀ ਜਿਹੜੀ ਵੱਡੀ ਪਾਰਟੀ ਜਿਹਨੇ ਆਜ਼ਾਦੀ ਦੇ ਸੰਗਰਾਮ 'ਚ ਬਹੁਤ ਵੱਡਾ ਰੋਲ ਪਲੇ ਕੀਤਾ ਹੈ, ਉਸ ਪਾਰਟੀ ਨੂੰ ਉਹਨਾਂ ਨੂੰ ਬਚਾਉਣਾ ਚਾਹੀਦਾ। ਔਰ ਦੂਜੇ ਪਾਸੇ ਜਿਹੜੀ ਹੈ ਬੀਜੇਪੀ ਨੂੰ ਵੀ ਪਰੰਪਰਾ ਤੈਅ ਕਰਨੀ ਚਾਹੀਦੀ ਹੈ। ਮੇਰਾ ਖਿਆਲ ਬੀਜੇਪੀ ਨੂੰ ਰਾਜਸਥਾਨ ਜਿਹੜਾ ਨਾ ਉਹ ਕਾਂਗਰਸ ਦੀ ਦਇਆ ਤੇ ਛੱਡ ਦੇਣਾ ਚਾਹੀਦਾ ਕਿ ਦੇਖ ਲਓ ਤੁਸੀਂ ਜੋ ਕਰਨਾ। ਅਗਰ ਨਹੀਂ ਹੋਏਗਾ ਤਾਂ ਆਓ ਫਿਰ ਮੈਦਾਨ 'ਚ ਆਓ, ਇੱਕ ਚੋਣ ਲੜ ਲਓ। ਇੱਕ ਚੋਣ ਲੜੋ, ਫਿਰ ਦੇਖੋ ਵੀ ਤੁਹਾਨੂੰ ਰਾਜਸਥਾਨ ਦੀ ਜਨਤਾ ਨੇ ਅਗਰ ਮੰਨ ਲਿਆ ਤਾਂ ਬਹੁਤ ਵੱਡੀ ਵਧੀਆ ਪਰੰਪਰਾ ਬਣੇਗੀ। ਮੈਨੂੰ ਲੱਗਦਾ ਕਿ ਕਿਤੇ ਜਿੱਦਾਂ ਹੁਣ ਮੱਧ ਪ੍ਰਦੇਸ਼ ਜੋਤਿਰਾਦਿੱਤਿਆ ਸਿੰਧੀਆ ਜਿਹੜੇ ਸੀਗੇ ਉਹ ਉੱਭਰ ਕੇ ਆ ਰਹੇ ਸੀ, ਯੰਗ ਫੇਸ। ਰਾਜਸਥਾਨ ਤੋਂ ਸਚਿਨ ਪਾਇਲਟ ਆ ਰਹੇ ਸੀ, ਉਹਦੇ ਕਰਕੇ ਰਾਹੁਲ ਗਾਂਧੀ ਨੂੰ
ਥੋੜੀ ਟੈਨਸ਼ਨ ਪੈ ਗਈ ਕਿ ਆਪਣੀ ਪਾਰਟੀ ਚੋਂ ਹੀ ਉਹਨਾਂ ਨੂੰ ਇੱਕ ਵਰਚਸਵ ਦੀ ਜਿਹੜੀ ਇੱਕ ਚੈਲੰਜ ਮਿਲ ਜਾਏਗਾ। ਸ਼ਾਇਦ ਇਸ ਕਰਕੇ ਵੀ ਯੁਵਾ ਚਿਹਰਾ ਨੂੰ ਉਹਨਾਂ ਨੇ ਨਹੀਂ ਮੌਕਾ ਦਿੱਤਾ। ਇਹ ਵੀ ਕਾਰਨ ਹੋ ਸਕਦਾ ਕਿਆ, ਕਿਉਂਕਿ ਹੁਣ ਨੌਜਵਾਨਾਂ ਨੂੰ ਵੀ ਇੱਕ ਦੇਣਾ ਚਾਹੀਦਾ, ਇੱਕ ਮਿਕਸ ਚੱਲਣਾ ਚਾਹੀਦਾ। ਤੁਸੀਂ ਕਿਸੇ ਹੀ ਕਿਹਾ, ਮੈਂ ਜ਼ਿਕਰ ਇਹ ਕਰਨਾ ਚਾਹੁੰਦਾ ਕਿ ਜਿਸ ਵੇਲੇ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਆ ਮੇਰਾ ਅਸਤੀਫਾ ਪਿਆ, ਮੈਂ ਨਹੀਂ ਕਰਨਾ, ਤਾਂ ਉਸ ਵੇਲੇ ਨਿਕਲ ਕੇ ਆ ਜਾਣਾ ਚਾਹੀਦਾ ਸੀ ਪਾਇਲਟ ਨੂੰ। ਉਸ ਵੇਲੇ ਜੋਤਿਰਾਦਿੱਤਿਆ ਸਿੰਧਿਆ ਨੂੰ ਚਾਹੀਦਾ ਸੀ ਕਿ ਮੈਂ ਅਵੇਲੇਬਲ ਹਾਂ ਜੀ, ਮੈਂ ਪ੍ਰਾਈਮ ਪ੍ਰੈਜ਼ੀਡੈਂਟ ਬਣਨ ਲਈ ਤਿਆਰ ਹਾਂ। ਕਿਉਂ ਨਹੀਂ ਕਿਹਾ ਉਦੋਂ? ਅੱਜ ਕਾਂਗਰਸ ਦੀ ਹਾਲਤ ਅੱਜ ਇਹ ਚੁੱਕੀ ਹੈ ਕਿ ਕਾਂਗਰਸ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ, ਛੋਟੀ ਜਿਹੜੀ ਯੰਗ ਲੀਡਰਸ਼ਿਪ ਆ, ਉਹ ਮਹੱਤਵਾਕਾਂਖੀ ਹੁੰਦੀਆਂ ਹੀ ਨੇ, ਮਹੱਤਵਾਕਾਂਖੀ ਨੇ। ਜਿਹੜੀ ਕੌਕਸ ਬਣਿਆ ਹੋਇਆ ਕਾਂਗਰਸ ਦੇ ਅੰਦਰ, ਉਹਨੂੰ ਪਤਾ ਕਿ ਜੇ ਗਾਂਧੀ ਪਰਿਵਾਰ ਦੇ ਹੱਥੋਂ ਨਿਕਲ ਗਈ, ਗਾਂਧੀ ਪਰਿਵਾਰ ਦੇ ਉੱਤੇ ਉਹ ਗਾਂਧੀ ਪਰਿਵਾਰ ਇਹ ਸਮਝਦਾ ਕਿ ਅਸੀਂ ਰਾਜ ਕਰ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਜਿਹੜੇ ਕਾਂਗਰਸ ਦੇ ਜਿਹੜੇ ਘਾਗ ਲੀਡਰ ਬੈਠੇ, ਉਹ ਗਾਂਧੀ ਪਰਿਵਾਰ ਦੇ ਨਾਲ ਗੇਮ ਖੇਲਦੇ ਆ, ਤੇ ਉਹਨਾਂ ਨੂੰ ਉਹ ਸਮਝ ਨਹੀਂ ਆ ਰਹੀ। ਉਹ ਇਸੇ ਔਰੇ 'ਚ ਤੁਰੇ ਫਿਰਦੇ ਆ ਕਿ ਅਸੀਂ ਗਾਂਧੀ ਹਾਂ, ਗਾਂਧੀ ਹਾਂ। ਅਗਰ ਜੇ ਅੱਜ ਸੋਨੀਆ ਗਾਂਧੀ ਜਿਹੜੀ ਹੈ, ਕਿਉਂਕਿ ਉਹ ਸਭ ਤੋਂ ਵੱਡਾ ਉਸ ਪਰਿਵਾਰ 'ਚੋਂ ਵੀ ਹੈ, ਅਗਰ ਸੋਨੀਆ ਗਾਂਧੀ ਕੁਝ ਕਰਨਾ ਚਾਹੁੰਦੀ ਹੈ ਤਾਂ ਕਾਂਗਰਸ ਨੂੰ ਬਚਾਉਣ ਲਈ ਕੋਈ ਐਸਾ ਕਦਮ ਚੱਕ ਕੇ ਦਿਖਾਵੇ ਕਿ ਲੋਕ ਉਹਨੂੰ ਯਾਦ ਕਰਨ ਲੱਗ ਪੈਣ ਵੀ ਉਹਨੇ ਕਾਂਗਰਸ ਨੂੰ ਖੜੇ ਕਰਨ ਲਈ ਕੁਝ ਕੀਤਾ। ਛੱਡਦੇ ਰਾਹੁਲ ਗਾਂਧੀ ਤਿਆਰ, ਰਾਹੁਲ ਗਾਂਧੀ ਨੇ ਜਦੋਂ ਕਹਿ ਦਿੱਤਾ ਸੀ ਉਹ ਨਵਾਂ ਲੀਡਰ ਦੇ ਦਿੰਦੀ ਸਚਿਨ ਪਾਇਲਟ ਦੇ ਦਿੰਦੀ, ਜੋਤਿਰਾਦਿੱਤਿਆ ਸਿੰਧਿਆ ਜਾਂ ਕੋਈ ਹੋਰ ਐਸਾ ਲੀਡਰ ਕੱਢ ਦਿੰਦੀ। ਸੋ ਮੈਨੂੰ ਲੱਗਦਾ ਕਿ ਇਹ ਜੇ ਪਾਰਟੀ ਲੈਵਲ ਤੇ ਗੱਲ ਕਰੀਏ ਤਾਂ ਇਹ ਕਾਂਗਰਸ ਦੇ ਅੰਦਰ ਜਿਹੜਾ ਬਹੁਤ ਵੱਡਾ ਫੇਲਿਅਰ ਹੈ। ਔਰ ਜਦੋਂ ਅਸੀਂ ਸਿਸਟਮ 'ਚ ਗੱਲ ਕਰਦੇ ਸਰਕਾਰਾਂ ਡਿੱਗਣ ਜੋੜਨ ਦੀ, ਤੇ ਉਹ ਸਾਡੇ ਜਿਹੜੀ ਗਲਤ ਪਰੰਪਰਾ ਜੀ ਪੈ ਗਈ ਹੈ, ਲੋਕਤੰਤਰ ਨੂੰ ਇੱਕ ਪਰੰਪਰਾ ਕਮਜ਼ੋਰ ਕਰਦੀ ਹੈ। ਸੋ ਇਸ ਕਰਕੇ ਇਹਨੂੰ ਇਸ ਦੇ ਬਦਲਾਅ ਵੱਲ ਮੈਨੂੰ ਲੱਗਦਾ ਕਿ ਬੀਜੇਪੀ ਕੋਲ ਇਸ ਵੇਲੇ ਬੜਾ ਵੱਡਾ ਮੌਕਾ, ਜਦੋਂ ਫਿਰ ਲੱਗਣ ਤੋਂ ਪਹਿਲਾਂ ਹੀ ਐਲੀਗੇਸ਼ਨ ਲੱਗ ਰਹੇ ਤਾਂ ਬੀਜੇਪੀ ਇਹਨਾਂ ਨੂੰ ਲੜ ਮਾਰ ਲੈਂਦਾ ਵੇਖ ਕਰੀ ਕਿ ਤੁਸੀਂ ਆਪਣੀ ਪਾਰਟੀ 'ਚ ਜੋ ਕਰਨਾ ਕਰ ਲਓ, ਅਸੀਂ ਫਿਰ ਇਲੈਕਸ਼ਨ ਫੇਸ ਕਰਨ ਲਈ ਜਾਵਾਂਗੇ, ਫਿਰ ਦੇਖਾਂਗੇ ਕੀ। ਇੱਕ ਅਖਬਾਰ ਨੇ ਤਾਂ ਸ਼ਹਿ ਮਾਦੀਆ ਲਿਖਤਾ ਸੀ, ਸ਼ਾਹ ਔਰ ਮਾਤ। ਅਗਲੀ ਅੱਜ ਕੱਲ੍ਹ ਸ਼ਾਹ ਜੀ ਮਾਤ ਦਿੰਦੇ ਆ ਨਾ ਜੀ, ਇਸ ਕਰਕੇ ਲਿਖਿਆ ਉਹਨੇ, ਕਿਉਂਕਿ ਉਹ ਜਿਹੜਾ ਬੀਜੇਪੀ ਵੱਲੋਂ ਜਿਹੜੀ ਸ਼ਹਿ ਮਾਤ ਦਾ ਖੇਲ ਨਹੀਂ ਹੈਗਾ, ਉਹ ਸ਼ਾਹ ਨੇ। ਤੇ ਇਹਦੇ ਵਿੱਚ ਜਿਹੜਾ ਸਾਹਮਣੇ ਆਇਆ ਤੁਹਾਡੇ ਕਿ ਉਹਦੇ ਚੋਂ ਕਹਿੰਦੇ ਕਿ ਕਰੋੜਾਂ ਰੁਪਈਏ ਜਿਹੜੇ ਆ, ਯੂ ਕੈਨ ਇਮੈਜਨ ਕਿ ਜੇ ਸਾਡੀ ਡੈਮੋਕ੍ਰੇਸੀ ਦੇ ਵਿੱਚ ਉਹ ਕਰੋੜਾਂ ਰੁਪਈਏ ਖਰਚ ਕੇ ਜਿਹੜੇ ਆ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਖਰੀਦ ਲਏ ਜਾਂਦੇ ਆ, ਤਾਂ ਉਸ ਵੇਲੇ ਸਥਿਤੀ ਦੱਸੋ ਵੀ ਜਿਹੜੇ ਹੁਣ ਕਈ ਵਾਰੀ ਕਹਿੰਦੇ ਜੀ ਰਿਸੋਰਟ 'ਚ ਬੰਦ ਹੈ, ਉੱਥੇ ਲੈ ਗਏ ਜੀ, ਉਹ ਐਡੇ ਕਮਜ਼ੋਰ ਹੈ ਕਿ ਉਹ ਬਾਹਰ ਨਹੀਂ ਆ ਸਕਦੇ। ਉਹ 25-30 ਬੰਦੇ ਆ ਉੱਠ ਕੇ ਬਾਹਰ ਆਣ, ਸਾਨੂੰ ਕੈਦ ਕੀਤਾ। ਠੀਕ ਹੈ ਨਾ। ਅਗਲਾ ਅਸੀਂ ਆਈਏ ਤੇ ਪੰਜਾਬ ਤੇ ਦੋ ਬੜੀ ਮਹੱਤਵਪੂਰਨ ਖਬਰ ਹੈਗੀਆਂ ਨੇ। ਰਵੀ ਜੀ, ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਜਦੋਂ ਕੈਮਰਾ ਲਾਉਂਦੇ ਜੇ ਜੀ ਉਦੋਂ ਤੇ ਸੁਹਾਣਾ ਮੌਸਮ ਦਿਖਾ ਦਿੰਦੇ ਜੇ, ਪਰ ਫਿਰ ਜਦੋਂ ਇਹ ਸੂਰਜ ਦੇਵਤਾ, ਅੱਛਾ ਤੁਸੀਂ ਇਹ ਵੀ ਤੁਹਾਡਾ ਤਰਕ ਚੰਗਾ ਕਿ ਵਿਟਾਮਿਨ ਡੀ ਲੈਣਾ ਚਾਹੀਦਾ ਔਰ ਕਰੋਨਾ ਦੇ ਦੌਰ 'ਤੇ ਵੈਸੇ ਹੀ ਲੈਣਾ ਚਾਹੀਦਾ। ਜੀ ਸੋ ਪੰਜਾਬ ਦੀ ਗੱਲ ਕਰ ਰਹੇ ਸੀ ਤੁਸੀਂ। ਜੀ ਮੈਨੂੰ ਵੀ ਕਿਸੇ ਨੇ ਇੱਕ ਸਲਾਹ ਦਿੱਤੀ ਕਿ ਸਵੇਰੇ ਐਟਲੀਸਟ 9-10 ਵਜੇ ਤੱਕ ਦੀ ਧੁੱਪ ਜਿਹੜੀ ਹੈ, ਪਹਿਲਾਂ ਵੀ ਆਪਾਂ ਖੇਤਾਂ 'ਚ ਕੰਮ ਕਰਦੇ ਸੀ, ਇਹਦੇ ਬਿਲਕੁਲ ਸਿੱਧੇ ਐਕਸਪੋਜ਼ਰ 'ਚ ਰਹਿੰਦੇ ਹੁੰਦੇ ਸੀ, ਹੁਣ ਅਸੀਂ ਬਹੁਤ ਜ਼ਿਆਦਾ ਸੋਲ ਹੋ ਗਏ। ਗੱਲ ਧੰਨਵਾਦੀ ਹਾਂ। ਥੈਂਕ ਯੂ। ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ, ਕੀ ਸੀ ਇਹ ਇੱਕ ਜਗ੍ਹਾ ਐਨਜੀਟੀ ਨੇ ਕਿਹਾ ਹੈ ਰੋਪੜ ਦੇ ਵਿੱਚ, ਜਿੱਥੇ ਕਿ ਮਾਈਨਿੰਗ ਕਰ ਰਹੇ ਸੀ ਕੰਟਰੈਕਟਰ ਬੇਇੰਤਹਾ ਬੜੇ ਹੀ ਬੇਢੰਗੇ ਤਰੀਕੇ ਦੇ ਨਾਲ, ਔਰ ਦੂਸਰਾ ਮੋਗਾ ਦਾ ਜਿਹੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜਾ ਹੈ, ਉਹ ਦੋਨੋਂ ਵਿਵਾਦਾਂ 'ਚ ਆ ਗਏ ਨੇ। ਐਨਜੀਟੀ ਨੇ ਤਾਂ ਉਹਨਾਂ 300+ ਕਰੋੜ ਦਾ ਉਹਨਾਂ ਨੇ ਕਹਿਤਾ ਕਿ ਵੈਸਾ ਇੰਨਾ ਤੈਨੂੰ ਹੁਣ ਦੰਡ ਪਏਗਾ। ਦੇਖੋ ਇਹ ਬਹੁਤ ਅੱਛਾ ਕੀਤਾ ਕਿ ਐਨਜੀਟੀ ਨੇ ਜਿਹੜਾ ਉਹ ਦੰਡ ਦੇਤਾ, ਪਰ ਉਹ ਦੰਡ ਜਿਹੜਾ ਫਾਈਨ ਆ ਉਹ ਕਿੱਦਾਂ ਰਿਕਵਰ ਕੀਤਾ ਜਾਂਦਾ ਹੈ, ਹਲੇ ਬਾਅਦ ਉਹਦੇ 'ਚ ਵੀ ਕਈ ਪੋਲੀਟਿਕਸ ਹੋਣੀਆਂ, ਕਿਸੇ ਨੇ ਕੋਰਟ ਚਲੇ ਜਾਣਾ, ਕਿਸੇ ਨੇ ਕੁਝ ਕਰਨਾ। ਦੇਖੋ ਸਾਡੇ ਜਿਹੜੇ ਅਸੀਂ ਕਈ ਵਾਰੀ ਨਾ ਐਸੀ ਹੀਨਤਾ ਜੀ ਮਹਿਸੂਸ ਹੋਣ ਲੱਗ ਪੈਂਦੀ ਕਿ ਅਸੀਂ ਜਦੋਂ ਆਪਣੇ ਮੁਲਕ ਦੀਆਂ ਗੱਲਾਂ ਕਰਦੇ ਹਾਂ, ਲੋਕੀ ਵੀ ਸੁਣਨ ਵਾਲੇ ਕਹਿੰਦੇ ਹੋਣਗੇ ਯਾਰ ਨੈਗੇਟਿਵ ਹੀ ਗੱਲਾਂ ਕਰਦੇ ਆ, ਪਰ ਇਹਨੂੰ ਹੁਣ ਪੋਜ਼ੀਟਿਵ ਬਣਾ ਕਿੱਦਾਂ ਦਈਏ। ਅਸੀਂ ਤਾਂ ਪੋਲੀਟੀਸ਼ੀਅਨ ਨਹੀਂ ਕਿ ਅਸੀਂ ਇਹਨੂੰ ਪੋਜ਼ੀਟਿਵ ਬਣਾ ਕੇ ਦੱਸਣ ਦੀ ਕੋਸ਼ਿਸ਼ ਕਰੀਏ। ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੀਆਂ ਵੀ ਊਣਤਾਈਆਂ ਹੁੰਦੀਆਂ, ਜਿਹੜੀਆਂ ਵੀ ਕਰਪਸ਼ਨ ਹੁੰਦੀਆਂ, ਉਹਦੇ 'ਚ ਸਰਕਾਰਾਂ ਕਿਤੇ ਨਾ ਕਿਤੇ ਸ਼ਾਮਲ ਹੁੰਦੀਆਂ। ਉਹਦੇ 'ਚ ਕਿਤੇ ਨਾ ਕਿਤੇ ਪੈਟਰਨਾਈਜ਼ ਕੀਤਾ ਜਾਂਦਾ ਉਹਨਾਂ ਕੰਪਨੀਆਂ ਨੂੰ, ਉਹਨਾਂ ਠੇਕੇਦਾਰਾਂ ਨੂੰ ਜਿਹੜੇ ਐਡੀ ਜੁਰਤ ਕਰਦੇ ਆ ਕਾਨੂੰਨ ਨੂੰ ਤੋੜਨ ਦੀ। ਦੂਸਰੀ ਪਾਸੇ ਇੱਕ ਗੱਲ ਇਹ ਵੀ ਚੰਗੀ ਹੈ ਕਿ ਜਿਹੜਾ ਜਾਣੇ ਅਣਜਾਣੇ ਸਾਨੂੰ ਰਾਈਟ ਟੂ ਇਨਫੋਰਮੇਸ਼ਨ ਇਸੇ ਸਿਸਟਮ 'ਚੋਂ ਮਿਲਿਆ, ਚੰਗੀ ਚੀਜ਼ ਮਿਲੀ ਹੈ, ਉਹਦੇ ਵਿੱਚ ਕਿਤੇ ਜਿਹੜੇ ਜਾਗਰੂਕ ਨਾਗਰਿਕ ਆ, ਜਾਗਦੇ ਜਿਹੜੇ ਲੋਕ ਆ, ਉਹ ਖੜੇ ਹੋ ਜਾਂਦੇ ਆ। ਫਿਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਅਲਟੀਮੇਟਲੀ ਕੋਰਟ, ਅੱਛਾ ਇਹਦੀ ਰਿਕਵਰੀ ਹੋਵੇ ਜਾਂ ਨਾ ਹੋਵੇ, ਪਰ ਇੱਕ ਲੋਕ ਜਾਗਰਤੀ ਜ਼ਰੂਰ ਹੁੰਦੀ ਹੈ। ਸੋ ਇਹ ਐਨਜੀਟੀ ਨੇ ਬਹੁਤ ਅੱਛਾ ਫੈਸਲਾ ਲਿਆ ਕਿ ਜਦੋਂ ਵੀ ਇਹ ਤਾਂ ਮਾਈਨਿੰਗ ਹੈ, ਐਨਜੀਟੀ ਦੇ ਜਿਸ ਵੇਲੇ ਹਾਈਵੇ ਜਿੰਨੇ ਬਣਦੇ ਆ ਉਹਦੇ ਉੱਤੇ ਵੀ ਰੂਲ ਤੋੜ ਕੇ ਬੜੇ ਲੱਖਾਂ ਦੀ ਤਾਦਾਦ ਦੇ ਵਿੱਚ ਦਰਖਤ ਵੱਢ ਦਿੱਤੇ ਜਾਂਦੇ ਆ, ਪਤਾ ਨਹੀਂ ਉਹ ਕਿੱਥੇ ਜਾਂਦੇ ਆ, ਉਹ ਲੱਕੜ ਕਿੱਦਾਂ ਕਿਹਨੂੰ ਵੇਚੀ ਜਾਂਦੀ, ਕੀ ਹੁੰਦਾ, ਇਹਦੇ ਉੱਤੇ ਵੀ ਕੋਈ ਨਹੀਂ ਹੈ। ਜਿਹੜੀ ਤੁਸੀਂ ਮੋਗੇ ਦੀ ਗੱਲ ਕੀਤੀ, ਜਿਹੜਾ ਨੈਸ਼ਨਲ ਹਾਈਵੇ 105B ਹੈਗਾ, ਉਹਦੇ ਵਿੱਚ ਵੱਡੀ ਉਹਦੀ ਕੀ ਸਮੱਸਿਆ ਆਈ ਹੈ ਕਿ ਉਹਦੇ 'ਚ ਜਿਹੜੀ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਹੈਗੀ NHAI, ਉਹਨੇ ਇਹਦਾ ਨਕਸ਼ਾ ਬਦਲ ਦਿੱਤਾ ਹੈ। ਉਹ ਬਦਲਣ ਦੇ ਨਾਲ ਕੀ ਹੋਇਆ ਕਿ ਜਿਹੜੇ ਸਿਆਸੀ ਲੋਕ ਕੀ ਕਰਦੇ ਆ ਕਿ ਜਦੋਂ ਉਹਨਾਂ ਨੂੰ
ਇਹ ਪਤਾ ਪਲਾਨ ਪਹਿਲਾਂ ਤੇ ਉਹ ਪਲਾਨ 'ਚ ਪਵਾ ਲੈਂਦੇ ਆ, ਪਲਾਨ ਚ ਪਾ ਲੈਂਦੇ ਫਿਰ ਉਹ ਪਲਾਨ 'ਚ ਪਵਾਉਣ ਤੋਂ ਪਹਿਲਾਂ ਕੀ ਕਰਦੇ ਆ ਕਿ ਜ਼ਮੀਨਾਂ ਖਰੀਦਣ ਦੀ ਕੋਸ਼ਿਸ਼ ਕਰਦੇ ਆ ਕਿ ਇਹਦੀ ਜਿਹੜੀ ਯਾਰ ਜਦੋਂ ਇਹਦਾ ਜਿਹੜਾ ਮੁੱਲ ਲੱਗੇਗਾ ਸਸਤੀਆਂ ਖਰੀਦ ਲੈਂਦੇ ਆ। ਫਿਰ ਉਹ ਬਾਜ਼ਾਰੀ ਮੁੱਲ ਦੇ ਉੱਤੇ ਅੱਜਕੱਲ ਰਿਵਾਜ ਹੋ ਗਿਆ ਕਿ ਜਦੋਂ ਗਵਰਨਮੈਂਟ ਕਰਦੀ ਹੈ ਉਸ ਜਿਹੜੀ ਅੰਦਰ ਦੇ ਰਹਿਣ ਦੀ ਇਨਫੋਰਮੇਸ਼ਨ ਆ ਉਹਦਾ ਇਸਤੇਮਾਲ ਨਹੀਂ ਕਰਦੇ, ਉਹਨੂੰ ਐਕਸਪਲੋਇਟ ਕਰਦੇ ਆ, ਸ਼ੋਸ਼ਣ ਕਰਦੇ ਆ। ਉਹਦਾ ਇਸਤੇਮਾਲ ਕਰਨਾ ਇੱਕ ਹੋਰ ਚੀਜ਼ ਹੁੰਦੀ ਹੈ। ਫਿਰ ਉਹਦੇ 'ਚ ਕੀ ਹੋਇਆ ਕਿ ਉਹ ਹੁਣ ਜਦੋਂ ਬਦਲਣ ਦੇ ਨਾਲ ਕੀ ਹੋਇਆ ਕਿ ਉਹਦੇ ਵਿੱਚ ਹੁਣ ਜਿਹੜੀਆਂ ਉਹਨਾਂ ਨੇ ਖਰੀਦਦਾਰੀਆਂ ਕੀਤੀਆਂ ਸੀ ਉਹ ਰਹਿ ਗਈਆਂ ਵਿੱਚ ਦੀਆਂ ਵਿੱਚੇ। ਵਿਜੀਲੈਂਸ ਨੇ ਵੀ ਇਸ ਕੇਸ ਨੂੰ ਲੈ ਲਿਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਜਿਹੜੀਆਂ ਜ਼ਮੀਨਾਂ ਕਿੱਦਾਂ, ਕਿਉਂਕਿ ਉਹਨਾਂ ਨੇ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਖਰੀਦੀਆਂ ਜਦੋਂ ਇਹ NHA ਦਾ ਇੱਧਰ ਹਾਈਵੇ ਨਿਕਲਣਾ ਸੀ, ਬਾਈਪਾਸ ਨਿਕਲਣਾ ਸੀ ਇੱਥੇ, ਉਦੋਂ ਉਹਨਾਂ ਨੇ ਜਿਹੜੇ ਕਿਸਾਨ ਵਿਚਾਰੇ ਕਰਜ਼ 'ਚ ਡੁੱਬੇ ਹੋਏ ਸੀ ਉਹਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਲਈਆਂ। ਔਰ ਫਿਰ ਉਹਨਾਂ ਨੂੰ ਕੋਈ ਕਿਸਾਨ ਨੂੰ ਤਾਂ ਪਤਾ ਨਹੀਂ। ਅੱਛਾ, ਬਾਅਦ 'ਚ ਕਿਸਾਨ ਉੱਠਿਆ ਕਿ ਜਦੋਂ ਪਤਾ ਲੱਗਾ ਉਹਨਾਂ ਨੂੰ ਤਾਂ ਫਿਰ ਉਹ ਜਿਹੜਾ ਇਹ ਗੱਲ ਨਿਕਲੀ। ਵਿਜੀਲੈਂਸ ਨੇ ਵੀ ਇਸ ਕੇਸ ਨੂੰ ਫੜਿਆ। ਜਿਹੜੇ 2 ਤਹਿਸੀਲਦਾਰ ਉੱਥੇ ਸ਼ਾਮਲ ਸੀ ਉਹਨਾਂ ਨੂੰ ਦੋਨੋਂ ਡਿਫਰੈਂਟ ਡੈਮਾਂ 'ਤੇ ਭੇਜ ਦਿੱਤਾ ਕਿਉਂਕਿ ਡੈਮਾਂ 'ਤੇ ਫਿਰ ਲਹਿਰਾ ਗਿਣਨ ਦਾ ਹੀ ਕੰਮ ਰਹਿ ਜਾਂਦਾ। ਸੋ ਡੈਮਾਂ 'ਤੇ ਭੇਜ ਦਿੱਤਾ ਉਹਨਾਂ ਨੂੰ ਤੇ ਇਹਦੀ ਇਨਕੁਆਇਰੀ ਸ਼ੁਰੂ ਹੋ ਗਈ ਹੈ ਬਦਲਣ ਦੇ ਨਾਲ। ਅੱਛਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਆ ਜਿਹੜਾ ਸਾਡੇ ਹੁਸ਼ਿਆਰਪੁਰ ਦਾ ਬਣਿਆ ਸੀ ਉਦੋਂ ਵੀ ਬੜੇ ਸਾਰੇ ਪੋਲੀਟੀਸ਼ੀਅਨ ਨਿਕਲੇ ਸੀ, ਉਦੋਂ ਵੀ ਉੱਥੇ ਵੀ ਪਹਿਲਾਂ ਜ਼ਮੀਨਾਂ ਖਰੀਦ ਲਿਆ ਸੀ। ਸੋ ਸਾਡੇ ਮੁਲਕ ਦੇ ਵਿੱਚ ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਨਾ ਇਲੈਕਟਡ ਕਰੈਕਟਰ ਨਹੀਂ ਹੈ ਕੋਈ, ਜਿਹੜੇ ਨਹੀਂ ਕਰੈਕਟਰ ਸਾਡੀ ਸੁਸਾਇਟੀ ਦਾ ਹੀ ਨਹੀਂ। ਜਦੋਂ ਅਸੀਂ ਗੱਲ ਕਰ ਰਹੇ ਜਿਸ ਵੇਲੇ ਆਪਾਂ ਇੱਕਦਮ ਅੱਗੇ ਵੀ ਗੱਲ ਕੀਤੀ ਸੀ ਕਿ ਜਦੋਂ 70 ਲੱਖ ਰੁਪਇਆ ਤੈਅ ਜਿਹੜਾ ਖਰਚਦੇ ਤਾਂ 8-10 ਕਰੋੜ ਵੀ ਹੈ। ਅੱਜ ਕਹਿੰਦੇ ਇੱਕ MLA ਦਾ ਇਲੈਕਸ਼ਨ ਲੜਨ ਲਈ 2 ਕਰੋੜ ਰੁਪਇਆ ਚਾਹੀਦਾ। ਹੁਣ ਜਿਹੜਾ 2 ਕਰੋੜ ਜਾਂ ਉੱਤੇ MP ਬਣਨ ਲਈ 10 ਕਰੋੜ ਖਰਚ ਕੇ ਗਿਆ, ਜਿਹੜੀਆਂ ਤਨਖਾਹਾਂ ਵੀ ਧੜਾ ਵਧਾ ਲੈਂਦੇ ਆ। ਜਿਸ ਵੇਲੇ ਇੱਕ ਵਿਅਕਤੀ ਜਦੋਂ ਸਧਾਰਨ ਆਦਮੀ ਤਾਂ ਬਾਜ਼ਾਰ 'ਚ 8,000 ਰੁਪਇਆ 9,000 ਰੁਪਇਆ ਤਨਖਾਹ ਲੈ ਰਿਹਾ, ਤਾਂ ਫਿਰ ਇਹਨਾਂ ਦੀਆਂ ਤਨਖਾਹਾਂ ਉਸ ਰੇਸ਼ੋ ਨਾਲ ਤੈਅ ਕਰ ਲਓ। ਸੋ ਇਹ ਜਿਹੜੇ ਲੋਕ ਹੈਗੇ ਆ ਜਿਹੜਾ ਸਾਡਾ ਸਿਸਟਮ ਦਾ ਜਿਹੜਾ ਮਿਸਯੂਜ਼ ਕਰਦੇ ਆ, ਜਿਹੜੇ ਸਿਸਟਮ ਨੂੰ ਐਕਸਪਲੋਇਟ ਕਰਦੇ ਹੈਗੇ ਆ, ਬਦਲਾਵ ਇਸ ਕਿਸਮ ਦੇ ਆਉਣੇ ਚਾਹੀਦੇ ਆ ਕਿ ਇਹਨਾਂ ਲੋਕਾਂ ਦੀਆਂ ਲੱਖਾਂ ਰੁਪਏ ਤਨਖਾਹਾਂ ਨੇ, ਇਹਨਾਂ ਫੇਰ ਇਹ ਕਰਪਸ਼ਨ ਕਰਦੇ। ਸੋ ਕੁਝ ਤਾਂ ਕਰੋ ਯਾਰ ਤੁਸੀਂ। ਅੱਜ ਜਿਹੜੀ ਸਰਕਾਰ ਜਿਹੜੀ ਨਵੀਂ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਬੜੇ ਅੱਛੇ ਰਿਫਾਰਮਸ ਕਰ ਰਹੀ ਹੈ। ਟੈਕਸ ਨੂੰ ਲੈ ਕੇ ਕਿਤੇ ਕਰ ਰਹੀ ਹੈ, ਕਿਤੇ ਹੋਰ ਸਿਸਟਮ ਨੂੰ ਜਿਹੜਾ ਪਬਲਿਕ ਡਿਲੀਵਰੀ ਸਿਸਟਮ ਉਹਦੇ 'ਚ ਆਨਲਾਈਨ ਜਿਹੜਾ ਸਿਸਟਮ ਬਣਾਏ ਬੜੇ ਅੱਛੇ ਕੰਮ ਕਰ ਰਹੀ ਹੈ। ਤਾਂ ਜਿਹੜੀ ਮੇਜਰ ਚੀਜ਼ ਹੈ ਕਿ ਫਿਰ ਇਹ ਚੀਜ਼ ਦੇ ਵਿੱਚ ਸ਼ੱਕ ਪੈਦਾ ਕਰਦੀ ਹੈ ਕਿ ਹੱਲੇ ਉਹਨਾਂ ਨੂੰ ਲੱਗਦਾ ਕਿ ਇਹਦੀ ਸਾਨੂੰ ਜ਼ਰੂਰਤ ਹੈ, ਜਦ ਕਿ ਇਹ ਜਿਹੜੇ ਰਿਫਾਰਮ ਦੀ ਮੈਂ ਗੱਲ ਕਰ ਰਿਹਾ, ਅਗਰ ਇਹ ਟੌਪ ਪ੍ਰਾਇੋਰਟੀ ਤੇ ਆ ਜਾਏ ਤੇ ਸਾਰਾ ਸਿਸਟਮ ਤੇ ਆਪੇ ਠੀਕ ਹੋ ਜਾਣਾ। ਅਸੀਂ ਇਹ ਤਾਂ ਕਲੇਮ ਕਰਦੇ ਹਾਂ ਸਿਸਟਮ ਠੀਕ ਕਰ ਰਹੇ ਹਾਂ, ਪਰ ਜਿਹੜਾ ਸਿਸਟਮ ਟੋਟਲ ਸਿਸਟਮ ਨੂੰ ਠੀਕ ਕਰ ਦੇਗਾ ਅਸੀਂ ਉੱਤੇ ਧਿਆਨ ਕਿਉਂ ਨਹੀਂ ਦੇ ਰਹੇ। 2 ਲੱਖ ਤੋਂ ਦੀ ਲਿਮਿਟ ਰੱਖਦੀ ਹੈ। ਜੇ 2 ਲੱਖ ਦੀ ਸਰਕਾਰ ਰੱਖਦਾ ਹੈ ਕਿ 2 ਲੱਖ ਖਰਚਣ ਵਾਲਾ ਹੋਵੇ, 2 ਲੱਖ ਵਾਲਾ ਵੀ ਨਹੀਂ ਕੋਈ। ਮੈਂ ਕਿਹਾ ਜੀ ਵਾਈ ਲਿਮਿਟ ਕਿਉਂ ਕੀਤੀ ਹੈ? ਜਿਹੜੇ ਦੁਨੀਆ ਦੀ ਜਿਹੜੀਆਂ ਰਿਚ ਡੈਮੋਕ੍ਰੇਸੀਜ਼ ਆ ਉੱਥੇ ਇੱਦਾਂ ਪੈਸਾ ਨਹੀਂ ਖਰਚ ਹੁੰਦਾ। ਤੁਸੀਂ ਹੁਣ ਅਮਰੀਕਾ ਦੀ ਗੱਲ ਕਰਦੇ ਜੇ, ਅਮਰੀਕਾ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਾ ਜਿਹੜਾ ਆਦਮੀ ਲੜਦਾ ਉਹ ਜਿਹੜੀ ਉੱਥੇ ਦੀ ਅਥਾਰਟੀ ਹੈ ਇਲੈਕਸ਼ਨ ਕਰਾਉਣ ਵਾਲੀ, ਉਹ ਉਹਨਾਂ ਦੀਆਂ ਬੁੱਕਲੇਟਸ ਛਾਪਦੀ ਹੈ। ਉਹਨਾਂ ਬੁੱਕਲੇਟਸ ਦੇ ਵਿੱਚ ਲਿਖਿਆ ਹੁੰਦਾ ਕਿ ਫਲਾਣਾ ਰਵੀ ਰੌਣਕਰ ਨੇ ਆਹ ਕੰਮ ਕੀਤੇ ਆ, ਅੱਗੇ ਆ ਕਹਿ ਰਿਹਾ। ਉਹ ਬੁੱਕਲੇਟ ਜਿਹੜੀ ਆ ਲੋਕਾਂ ਦੇ ਘਰਾਂ 'ਚ ਚਲੇ ਜਾਂਦੀ ਹੈ। ਲੋਕ ਦੇਖਦੇ ਆ ਕਿ ਮੈਨੂੰ ਰਵੀ ਰੌਣਕਰ ਚੁਣਨਾ ਕਿ ਰਾਕੇਸ਼ ਸ਼ਾਂਤੀ ਦੂਤ ਚੁਣਨਾ, ਜਾ ਕੇ ਵੋਟ ਪਾਉਂਦੇ ਆ, ਕੋਈ ਖਰਚ ਨਹੀਂ ਹੈ। ਟੈਲੀਵਿਜ਼ਨ ਦਾ ਇਸਤੇਮਾਲ ਹੁੰਦਾ ਉੱਥੇ। ਇਸੇ ਤਰ੍ਹਾਂ ਵੱਡੀਆਂ ਰੈਲੀਆਂ ਪਾਰਟੀ ਲੈਵਲ ਤੇ ਹੁੰਦੀਆਂ ਜਿਹਦੇ 'ਚੋਂ ਆਪਣੀਆਂ ਨੀਤੀਆਂ ਦੱਸਦੀਆਂ। ਸਾਡੇ ਤਾਂ ਇੱਥੇ ਘਰ ਜਾ ਕੇ ਰਾਸ਼ਨ ਵੰਡੇ ਜਾਂਦੇ ਆ, ਕੋਟ ਵੰਡੇ ਜਾਂਦੇ ਆ, ਸੂਟ ਵੰਡੇ ਜਾਂਦੇ ਆ, ਸ਼ਰਾਬ ਵੰਡੀ ਜਾਂਦੀ ਹੈ, ਚਿੱਟਾ ਵੰਡਿਆ ਜਾਂਦਾ ਹੈ, ਹਜ਼ਾਰਾਂ ਚੀਜ਼। ਮਤਲਬ ਮੈਂ ਇਹ ਕਹਿ ਰਿਹਾ ਕਿ ਜਿਹੜੀ ਚੀਜ਼ ਨੇ ਸਾਡੀ ਵਿਵਸਥਾ ਨੂੰ ਅਮੂਲ ਚੂਲ ਇੱਕ ਦਿਨ 'ਚ ਬਦਲ ਦੇਣਾ, ਉਹ ਪ੍ਰਯਾਸ ਕਿਉਂ ਨਹੀਂ ਕੀਤਾ ਜਾ ਰਿਹਾ? ਇਹਦਾ ਮਤਲਬ ਕਿ ਕਿਤੇ ਨਾ ਕਿਤੇ ਲੱਗਦਾ ਸਾਨੂੰ ਕਿ ਇਹਦਾ ਇਸਤੇਮਾਲ ਸਾਨੂੰ ਕਰਨ ਦੀ ਲੋੜ ਪੈਣੀ ਹੈ। ਸੋ ਜਿਸ ਤਰ੍ਹਾਂ ਸਰਕਾਰਾਂ ਆਪਾਂ ਕਰ ਰਹੇ ਜੋੜ ਤੋੜ ਦੀਆਂ, ਤਾਂ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਇਸ ਵੇਲੇ ਦਾ ਜਿਹੜੇ ਪ੍ਰਧਾਨ ਮੰਤਰੀ ਹੈ ਨਾ ਜੀ ਨਰਿੰਦਰ ਮੋਦੀ, ਇਹਨਾਂ ਦਾ ਅਕਸ ਬੜੀ ਦੇਰ ਬਾਅਦ, ਜਿੱਦਾਂ ਲਾਲ ਬਹਾਦਰ ਸ਼ਾਸਤਰੀ ਦਾ ਕਿਸੇ ਵੇਲੇ ਅਕਸ ਆਇਆ ਸੀ, ਕਿਸੇ ਵੇਲੇ ਨਹਿਰੂ ਦਾ ਅਕਸ ਆਇਆ ਸੀ ਕਿ ਬੜਾ ਦੇਸ਼ ਨੂੰ ਦਿਸ਼ਾ ਦੇ ਰਹੇ ਹੈ। ਪਰ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਜੀ ਨੂੰ ਇਹ ਵੀ ਚਾਹੀਦਾ ਹੈ, ਨਰਿੰਦਰ ਮੋਦੀ ਜੀ ਨੂੰ ਚਾਹੀਦਾ ਕਿ ਇਹ ਚੀਜ਼ ਅਗਰ ਕਰ ਜਾਣ, ਆ ਜਿਹੜੇ ਪੈਸੇ ਖਰਚਣ ਉਹਨਾਂ ਨੇ ਐਤਕੀ ਦੇਖੋ ਕਰੋਨਾ ਦੇ ਵਿੱਚ ਉਹਨਾਂ ਨੇ ਇੱਕ ਬੜਾ ਅੱਛਾ ਕੀਤਾ ਕਿ ਡਿਸਕ੍ਰਿਸ਼ਨਰੀ ਜਿਹੜੇ ਫੰਡ ਹੈ ਉਹ ਡਿਲੇ ਮਤਲਬ ਸਥਗਿਤ ਕਰ ਦਿੱਤੇ ਆ। ਹਾਲਾਂਕਿ ਉਹਦਾ ਰੌਲਾ ਪੈ ਰਿਹਾ ਕਿਉਂਕਿ ਉਹਦੇ ਨਾਲ ਵਿਕਾਸ ਥੋੜ੍ਹਾ ਜਿਹਾ ਮਤਲਬ ਮੂਲਭੂਤ ਜਿਹੜਾ ਗਰੀਬ ਬਸਤੀਆਂ ਦਾ ਜੁੜਿਆ, ਪਰ ਅਲਟੀਮੇਟਲੀ ਇਹ ਪਰੰਪਰਾ ਤਾਂ ਬਣੇਗੀ ਨਾ ਕਿਤੇ ਨਾ ਕਿਤੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਜੀ ਨੂੰ ਇਹ ਜਿਹੜਾ ਇਲੈਕਸ਼ਨ ਰਿਫਾਰਮ ਆ ਇਹ ਟੌਪ ਪ੍ਰਾਇੋਰਟੀ 'ਤੇ ਕਰਨਾ ਚਾਹੀਦਾ। ਔਰ ਇਹ ਜਿਹੜੇ ਐਲੀਗੇਸ਼ਨ BJP ਦੇ ਲੱਗਦੇ ਪਏ ਆ ਕਿ ਹਾਰਸ ਟ੍ਰੇਡਿੰਗ 'ਚ ਹੈ ਇਹ ਇੱਥੇ, ਹਾਲਾਂਕਿ ਪ੍ਰਧਾਨ ਮੰਤਰੀ ਇਸ ਵੇਲੇ ਹੋਣ ਦੇ ਨਾਤੇ ਉਹਨਾਂ ਦਾ BJP ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪਰ ਕਿਉਂਕਿ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਸਰਕਾਰ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਵੀ ਇਹ ਵੱਡੀ ਗੱਲ ਜਿਹੜੀ ਹੈ ਇਹ ਟੌਪ ਪ੍ਰਾਇੋਰਟੀ ਦੇ ਰਿਫਾਰਮਸ ਰੱਖਣ। ਔਰ ਇਹ ਜਿਹੜੀ ਐਲੀਗੇਸ਼ਨ ਲੱਗ ਰਹੀ ਇਹਨਾਂ ਨੂੰ ਟਰਾਂਸਪੇਰੈਂਸੀ ਦੇ ਨਾਲ ਲੋਕਾਂ ਦੇ ਸਾਹਮਣੇ ਲਿਆਉਣ। ਅਸੀਂ ਇਲੈਕਸ਼ਨ ਫੇਸ ਕਰਦੇ ਹਾਂ, ਮੰਨ ਲਓ ਅੱਜ ਕਾਂਗਰਸ ਦੀਆਂ ਸਰਕਾਰਾਂ ਟੁੱਟ ਗਈਆਂ, ਟੁੱਟ ਜਾਣ ਦਿਓ। ਇੱਕ ਪਾਸੇ ਆਪਾਂ ਕਹਿੰਦੇ ਕਾਂਗਰਸ ਮੁਕਤ ਭਾਰਤ ਕਰਨਾ, ਤੇ ਜੇ ਅਸੀਂ ਉਸ ਕਾਂਗਰਸ ਕਲਚਰ ਦੇ ਲੋਕ BJP 'ਚ ਲੈ ਆਵਾਂਗੇ
ਜਿਹੜੇ ਅੱਜ ਉੱਥੇ ਕਹਿੰਦੇ ਉਹ ਆਪਣੇ ਪਲੇਟਫਾਰਮ ਤੇ ਲੜਨ ਦੀ ਬਜਾਏ, ਸੰਘਰਸ਼ ਕਰਨ ਦੀ ਬਜਾਏ ਤੋੜ ਕੇ ਦੂਜੇ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਜਿਹੜੀ ਆ ਕਰਕੇ ਆਉਂਦੇ ਆ। ਕੱਲ ਨੂੰ ਉਹ ਤੁਹਾਨੂੰ ਵੀ ਤੋੜ ਦੇਣਗੇ, ਤੁਹਾਡੇ 'ਚ ਵੀ ਪ੍ਰੋਬਲਮ ਕ੍ਰੀਏਟ ਕਰ ਦੇਣਗੇ। ਜਿਹੜੇ ਲੋਕਾਂ ਨੇ ਤੁਹਾਡੇ ਨਾਲ ਲੰਬਾ ਸੰਘਰਸ਼ ਕਰਕੇ ਜਿਹੜਾ ਇਸ ਮੁਲਕ ਦੇ ਵਿੱਚ ਬਦਲਾਵ ਦੀ ਲਹਿਰ ਪੈਦਾ ਕੀਤੀ ਹੈ, ਉਹ ਕਿਨਾਰੇ ਲੱਗ ਜਾਣਗੇ। ਫਿਰ ਤੁਹਾਨੂੰ ਲਾਣਾ ਹੀ ਪੈਣਾ, ਕਿਉਂਕਿ ਤੁਸੀਂ ਉਹਨਾਂ ਨੂੰ, ਜਿੱਦਾਂ ਤੁਸੀਂ ਜੋਤਿਰਾਦਿੱਤਿਆ ਸਿੰਧਿਆ ਨੂੰ ਬਣਾਇਆ, ਅਗਰ ਤੁਸੀਂ ਸਚਿਨ ਪਾਇਲਟ ਨੂੰ ਲਿਆਂਦੇ ਤੇ ਤਾਂ ਉਹ ਤਾਂ ਚੀਫ ਮਿਨਿਸਟਰ ਹੀ ਮੰਗੂਗਾ। ਕਿਉਂਕਿ ਵੈਸੇ ਮੈਨੂੰ ਲੱਗਦਾ ਕਿ ਉੱਥੇ ਹੋਣਾ ਕੁਝ ਨਹੀਂ, ਕਿਉਂਕਿ ਜਿਹੜਾ ਸਚਿਨ ਪਾਇਲਟ ਹੈ ਉਹ ਡਿਪਟੀ ਚੀਫ ਮਿਨਿਸਟਰ ਤੇ ਉੱਥੇ ਹੈਗਾ ਹੀ ਹੈ। ਤਾਂ ਉਹਨੂੰ ਚੀਫ ਮਿਨਿਸਟਰਸ਼ਿਪ ਜਿਹੜੀ ਆ ਉਹ ਬੀਜੇਪੀ ਦੇਣ ਵਾਲੀ ਨਹੀਂ ਹੈਗੀ। ਇਹ ਤਾਂ ਹੋ ਸਕਦਾ ਕਿ ਜੇ ਉਹ ਤੋੜ ਕੇ 30-35 MLA ਲੈ ਆਵੇ ਤਾਂ ਕਹੇ ਜੀ ਅਸੀਂ ਬਾਹਰੋਂ ਸਪੋਰਟ ਕਰ ਦਿਆਂਗੇ ਤੈਨੂੰ, ਉਹਦੀ ਆਪਣੀ ਕੋਈ ਨਵੀਂ ਪਾਰਟੀ ਬਣ ਕੇ। ਹਾਂ, ਸੋ ਬੀਜੇਪੀ ਉਹਨੂੰ ਮਤਲਬ ਜਿਹੜਾ ਸਿੰਧਿਆ ਵਾਂਗੂ ਜਿਹੜੀ ਹੈ, ਜੋਤਿਰਾਦਿੱਤਿਆ ਸਿੰਧਿਆ ਵਾਂਗੂ ਲਿਆ ਕੇ ਸਿੱਧੀ ਨਹੀਂ ਮੇਰੇ ਖਿਆਲ ਨਾਲ ਇੱਥੇ ਕਰ ਪਾਏਗੀ ਜੋ ਸਥਿਤੀ ਹੈ। ਦੇਖਦੇ ਹਾਂ, ਬੜਾ ਇੰਟਰਸਟਿੰਗ ਹੈ। ਲੇਕਿਨ ਜਿੱਦਾਂ ਕਿ ਰਾਕੇਸ਼ ਜੀ ਨੇ ਸਹੀ ਕਿਹਾ ਕਿ ਜੇ ਅਸੀਂ ਕਰੋੜਾਂ ਰੁਪਈਆ ਖਰਚ ਕੇ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਅਸੀਂ ਪਾਲਿਸੀਜ਼ ਬਣਾਉਣੀ ਆ, ਉਹ ਤਾਂ ਪਹਿਲਾਂ ਆਪਣਾ ਘਰ ਭਰਾਂਗੇ, ਉਸ ਤੋਂ ਬਾਅਦ ਸੋਚਾਂਗੇ ਭਾਈ ਮੈਂ ਫਲਾਣੇ ਤੇ ਫੰਡ ਦਿੱਤਾ ਸੀ। ਪੈਸੇ ਦੀ ਗੇਮ ਹੈ ਸਾਰੀ। ਹਲੇ ਤੱਕ ਰਵੀ ਜੀ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਦੇਸ਼ ਦੀ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਕੋਈ ਜਿਹੜੀ ਹੈ ਵਪਾਰ ਹੈ, ਕੋਈ ਬਲੋ ਹੈ ਕੀ ਹੈ। ਪਹਿਲਾਂ ਤਾਂ ਸੇਵਾ ਕਿਹਾ ਜਾਂਦਾ ਸੀ, ਅੱਜ ਉਹ ਵਪਾਰ ਹੈ ਜਾਂ ਇਨਵੈਸਟਮੈਂਟ ਹੈ। ਇਹਦੇ 'ਚ ਕੀ ਪਤਾ ਨਹੀਂ ਲੱਗ ਰਿਹਾ, ਕਿਉਂਕਿ ਜਿਹੜਾ ਬੰਦਾ ਪੈਸੇ ਲਾ ਕੇ ਲੈ ਕੇ ਆਉਂਦਾ ਉਹ ਰਿਟਰਨ ਲੈਂਦਾ ਹੈ। ਐਡੀ ਵੱਡੀਆਂ ਤਨਖਾਹਾਂ, ਜੇ ਉਹ ਕਰਮਚਾਰੀ ਨਹੀਂ, ਉਹਨਾਂ ਨੂੰ ਪੈਨਸ਼ਨਾਂ ਮਿਲਦੀਆਂ। 5 ਸਾਲ ਦੇ ਕਰਮਚਾਰੀ ਨੂੰ ਤਾਂ 1.25 ਲੱਖ 1.5 ਲੱਖ ਰੁਪਏ ਤਨਖਾਹ ਮਿਲਦੀ ਹੈ, ਫਿਰ ਪੈਨਸ਼ਨ ਮਿਲਦੀ ਹੈ, ਫਿਰ ਹਰ ਵਾਰੀ ਦੀ ਪੈਨਸ਼ਨ ਮਿਲਦੀ ਹੈ। ਜੇ ਉਹ ਲਗਾਤਾਰ ਜਿੱਤਦਾ ਤਾਂ ਜਿੰਨੀਆਂ ਟਨਿਓਰ ਉਹਦੀ ਪੈਨਸ਼ਨ ਮਿਲਦੀ ਹੈ। ਦੂਜੇ ਪਾਸੇ ਜਿਹੜਾ ਦੂਜੇ ਪਾਸੇ ਨਹੀਂ, ਮੈਂ ਕਹਿੰਦਾ ਇਹ ਵੀ ਸਿਸਟਮ ਖਤਮ ਹੋਣਾ ਚਾਹੀਦਾ। ਜਿਹੜਾ 5 ਸਾਲ ਲਿਆ, ਅੱਛਾ ਫਿਰ ਸਾਡੇ ਇੱਥੇ ਯੋਗਤਾ ਕੀ ਹੈ? ਜਦੋਂ ਇੱਕ ਸਰਕਾਰੀ ਮੁਲਾਜ਼ਮ ਨੂੰ ਨੌਕਰੀ ਮਿਲਦੀ ਹੈ, ਉਹਦੀ ਯੋਗਤਾ ਕਿੰਨਾ ਪੜ੍ਹਿਆ, ਤੇਰੀ ਕੀ ਟ੍ਰੇਨਿੰਗ ਹੈ? ਜਾਂ ਤਾਂ ਫਿਰ ਪੋਲੀਟੀਕਲ ਸਕੂਲ ਖੋਲੋ ਜਿੱਥੇ ਲੋਕਾਂ ਨੂੰ ਸਰਕਾਰ ਬਣਾਉਂਦੀ। ਥੋੜਾ ਬਹੁਤਾ ਪੈਸਾ ਚਾਹੀਦਾ ਨਾ, ਤੇ ਇੰਨੇ ਬੰਦੇ ਆਉਂਦੇ, ਚਾਹ ਚੁ ਪਿਲਾਣੀ ਹੁੰਦੀ ਹੈ, ਖਾਣਾ। ਉਹਦੇ 'ਚ ਐਂਟਰਟੇਨਮੈਂਟ ਫੰਡ ਹੋ ਸਕਦੇ ਆ, ਤੁਹਾਨੂੰ ਮੀਟਿੰਗਾਂ 'ਚ ਸ਼ਾਮਲ ਹੋਣ ਦਾ ਹੋ ਸਕਦਾ, ਕੋਈ ਟੋਕਨ ਮਨੀ ਵੀ ਹੋ ਸਕਦੀ ਹੈ। ਟੋਕਨ, ਕਿਉਂਕਿ ਉਹ ਬੇਸਿਕਲੀ ਜੇ ਕਿਸੇ ਅੱਜ ਬਹੁਤ ਸਾਰੇ ਪੋਲੀਟੀਸ਼ੀਅਨਾਂ ਕੋਲ ਚਲੇ ਜਾਓ, ਉਹਨਾਂ ਕੋਲ ਤੁਸੀਂ ਕੰਮ ਕੀ ਕਰਦੇ, ਕਹਿੰਦੇ ਜੀ ਆਹੀ ਕਰਦੇ ਹਾਂ। ਪਰ ਜਿਹੜਾ ਉਹਨਾਂ ਦੀ ਪਿੱਠ ਦੇ ਪਿੱਛੇ ਕੰਮ ਹੋ ਰਿਹਾ, ਕੋਈ ਬੜਾ ਵੱਡਾ ਬਿਲਡਰ ਬਣ ਗਿਆ, ਕੋਈ ਬੜਾ ਵੱਡਾ ਸ਼ਰਾਬ ਦਾ ਠੇਕੇਦਾਰ ਬਣ ਗਿਆ, ਕੋਈ ਬੜਾ ਵੱਡਾ ਟਰਾਂਸਪੋਰਟਰ ਬਣ ਗਿਆ, ਅਗਰ ਇਹਦੀ ਇੰਡੀਪੈਂਡੈਂਟ ਜਿਹੜੀ ਹੈ ਅੱਜ ਸਾਡੇ ਟੋਟਲ ਸਿਸਟਮ ਦੀ ਸਾਰੀਆਂ ਪਾਰਟੀਆਂ ਦੀ ਅਗਰ ਇਨਕੁਆਇਰੀ ਇੰਡੀਪੈਂਡੈਂਟ ਕਿਤੇ ਹੋ ਜੇ ਤੇ ਇਹ ਲੱਗੇ ਵੀ ਤੁਸੀਂ ਕਿੰਨੇ ਸਾਲਾਂ 'ਚ ਕਿੰਨੇ ਰੁਪਈਏ ਬਣਾਏ। ਜਿੱਦਾਂ ਕਦੀ ਸਰਕਾਰ ਕਹਿੰਦੀ ਕਿ ਮਾਇਆਵਤੀ ਨੇ ਇਤਨੀ ਦੇਰ ਮੇਂ ਬੜਾ ਪੈਸਾ ਬਣਾ ਲਿਆ, ਤਾਂ ਜੇ ਤੁਸੀਂ ਇਕੱਲੇ ਦੀ ਇਨਕੁਆਇਰੀ ਕਰ ਦੋ ਤਾਂ ਸਾਰੇ ਹੀ ਹਮਾਮ ਮੇਂ ਸਭ ਨੰਗੇ ਆ। ਸਰ ਹਾਂ, ਕਈ ਐਸੇ ਵੀ ਨੇਤਾ ਹੋਏ ਆ ਜਿਹੜੇ ਕਿ ਕਦੀ ਸੱਤਾ ਦੇ ਵਿੱਚ ਤਾਂ ਰਹੇ ਆ, ਕੋਈ ਮੰਤਰੀ ਨਹੀਂ ਰਹੇ, ਲੇਕਿਨ ਉਹਨਾਂ ਨੇ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾ ਲਈਆਂ, ਪਤਾ ਨਹੀਂ ਕਿੱਥੋਂ ਪੈਸਾ ਆ ਜਾਂਦਾ ਹੈ। ਸਰ ਸਟੇਟ ਬੀਜੇਪੀ ਦੀ ਗੱਲ ਕਰੀਏ ਤਾਂ ਜਲੰਧਰ ਦੀ ਖਬਰ ਹੈ, ਜਲੰਧਰ ਦੇ ਵਿੱਚ ਬੀਜੇਪੀ ਨੇ ਆਪਣੀ ਨਈ ਬਾਡੀ ਬਣਾਈ ਹੈ, ਉਹ 'ਚ ਕਈ ਨਏ ਚਿਹਰੇ ਲਏ ਆ। ਤੁਹਾਡਾ ਇੱਕ ਸ਼ਾਰਟ ਕਮੈਂਟ ਤੇ ਕੀ ਹੈ? ਅੱਛਾ, ਨਵੇਂ ਚਿਹਰੇ ਲਿੱਤੇ ਜਾਣੇ ਚਾਹੀਦੇ ਆ, ਅੱਛਾ ਡਿਸੀਜਨ ਹੈ, ਪਰ ਅੱਛੇ ਚਿਹਰਿਆਂ ਦੇ ਨਾਲ ਜਿਹੜਾ ਹੈ ਅਨੁਭਵੀ ਨੇਤਰਤਵ, ਜੇ ਮੈਂ ਅੱਗੇ ਵੀ ਤੁਹਾਡੇ ਨਾਲ ਸ਼ੁਰੂ 'ਚ ਉੱਪਰੋਂ ਵੀ ਗੱਲ ਕੀਤੀ ਕਿ ਇਹ ਜਿਹੜਾ ਬਦਲਾਵ ਹੈ ਇਹ ਰੇਸ਼ੋ ਦੇ ਵਿੱਚ ਹੋਣਾ ਚਾਹੀਦਾ। ਕਿਉਂਕਿ ਜਦੋਂ ਅਸੀਂ ਕਿਸੇ ਸਿਸਟਮ ਨੂੰ ਇੱਕ ਦੂਸਰੇ ਤੋਂ ਟਰਾਂਸਫਰ ਕਰਦੇ ਹਾਂ, ਉਹ ਇਸ ਸਥਿਤੀ 'ਚ ਕੀਤਾ ਜਾਣਾ ਚਾਹੀਦਾ ਕਿ ਅਸੀਂ ਉਹ ਜਿਹੜੀ ਸੈਕੰਡ ਲਾਈਨ ਆ ਉਹਨੀ ਸਟਰੋਂਗਲੀ ਤਿਆਰ ਹੋ ਜਾਵੇ। ਸੋ ਇਹ ਜ਼ਿਲ੍ਹੇ ਦਾ ਵਿਸ਼ੇ ਹੈ, ਜ਼ਿਲ੍ਹੇ ਨੂੰ ਅੱਛਾ ਕੀਤਾ, ਨਵੇਂ ਯੰਗ ਮੁੰਡੇ ਚਿਹਰੇ ਲਿਆਂਦੇ ਆ, ਔਰ ਇੱਕ ਇਹ ਵੀ ਅੱਛੀ ਗੱਲ ਹੈ ਕਿ ਵਿੱਚੋਂ ਕਈ ਤਾਂ ਐਡਵੋਕੇਟਸ ਨੇ, ਕਈ ਇਸ ਕਿਸਮ ਦੇ ਅੱਛੇ ਲੋਕ ਆਏ ਆ। ਸੋ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜਾ ਜ਼ਿਲ੍ਹਾ ਬੀਜੇਪੀ ਹੈ ਇਹ ਅੱਛਾ ਚੱਲੇਗਾ। ਤਾਂ ਪਰ ਮੈਨੂੰ ਲੱਗਦਾ ਵੀ ਇਹ ਗੱਲ ਉੱਥੇ ਆ ਕੇ ਫਿਰ ਇਹਨੇ ਫਿਸਲਣਾ ਹੈ ਜਦੋਂ ਇਲੈਕਸ਼ਨ ਆਉਣਾ ਨਾ, ਜਦੋਂ ਟਿਕਟਾਂ ਦੀ ਲੜਾਈ ਸ਼ੁਰੂ ਹੋਣੀ ਹੈ, ਉਦੋਂ ਫਿਰ ਜਿਹੜੇ ਵੱਡੇ ਮਹਾਰਥੀਆਂ ਨੇ ਕਹਿਣਾ ਅਸੀਂ ਹਾਂ। ਸੋ ਅੱਛਾ, ਬੀਜੇਪੀ ਦਾ ਅਗਰ ਤੁਸੀਂ ਇਹਦੇ ਹਿਸਾਬ ਨਾਲ ਕਰੋ, ਦੇਖੋ ਇਹ ਉਹਨਾਂ ਦਾ ਇਹ ਬੀਜੇਪੀ ਦਾ ਇੰਟਰਨਲ ਮੈਟਰ ਹੈ। ਜੇ ਅਸੀਂ ਦੂਸਰੇ ਤਰੀਕੇ ਨਾਲ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਅਗਰ ਤਾਂ ਤੁਸੀਂ ਹੁਣ ਕਹਿ ਦਿੰਦੇ ਆ, ਕਈ ਜਗ੍ਹਾ ਮੈਂ ਅਖਬਾਰਾਂ 'ਚ ਪੜ੍ਹਦਾ, ਜਾਂ ਤਾਂ ਲੋਕਾਂ ਨੂੰ ਲਫ਼ਜ਼ ਦਾ ਮਤਲਬ ਨਹੀਂ ਪਤਾ, ਉਹ ਕਹਿੰਦੇ ਨਿਰਵਾਚਿਤ ਕੀਏ ਗਏ ਹੈ, ਚੁਣੇ ਗਏ ਹੈ। ਬੇਸਿਕਲੀ ਚੁਣਨਾ ਤੇ ਨਿਰਵਾਚਿਤ ਕਰਨਾ ਜਿਹੜਾ ਸ਼ਬਦ ਹੁੰਦਾ ਉਹ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਵੋਟ ਨਾਲ ਆਏ ਲਈ ਲਿਖਿਆ ਜਾਂਦਾ। ਇਸ ਕਰਕੇ ਉਹ ਤਾਂ ਨਿਯੁਕਤੀਆਂ ਹੋ ਰਹੀਆਂ। ਜਿਹੜਾ ਡਿਸੀਜਨ ਹੋਇਆ ਜੀ ਵੀ ਇਹਨੂੰ ਲਾ ਦਿਓ, ਰਵੀ ਨੂੰ ਲਾ ਦਿਓ, ਰਕੇਸ਼ ਸ਼ਾਂਤੀ ਦੂਤ ਨੂੰ ਲਾ ਦਿਓ। ਸੋ ਮੈਨੂੰ ਅੱਗਿਓਂ ਇਹ ਲੱਗਦਾ ਕਿ ਸਾਨੂੰ ਡੈਮੋਕ੍ਰੈਟਿਕ ਪ੍ਰੋਸੈਸ ਹੀ ਅਪਲਾਈ ਕਰਨੇ ਚਾਹੀਦੇ ਇੰਟਰਨਲ ਵੀ ਪਾਰਟੀ 'ਚ। ਜਦੋਂ ਇੰਟਰਨਲ ਡੈਮੋਕ੍ਰੇਸੀ ਹੋਏਗੀ ਤਾਂ ਇੱਕ ਮਜ਼ਬੂਤ ਡੈਮੋਕ੍ਰੇਸੀ ਜਿਹੜੀ ਖੜੀ ਹੋਏਗੀ। ਬਾਕੀ ਪਾਰਟੀਆਂ ਦੀਆਂ ਆਪਣੀਆਂ ਨੀਤੀਆਂ, ਬੀਜੇਪੀ ਦੀ ਇਹ ਨੀਤੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਬਣਾਉਣੀ। ਕਾਂਗਰਸ ਤੁਹਾਡੇ ਸਾਹਮਣੇ ਕੀ ਕਰ ਰਹੀ ਹੈ ਅੱਜ, ਜੋ ਕਾਂਗਰਸ ਦੀ ਹਾਲਤ ਹੈ, ਅਗਰ ਬੀਜੇਪੀ ਵੀ ਇਸੇ ਪਾਸੇ ਤੁਰੀ ਜਾਏਗੀ ਤਾਂ ਆਉਣ ਵਾਲੇ ਸਮੇਂ 'ਚ ਕੋਈ ਪਤਾ ਥੋੜ੍ਹਾ ਕੀ ਹੋਣਾ। ਡੈਮੋਕ੍ਰੇਸੀ ਜਿਹੜੀ ਹੈ, ਅਗਰ ਕਿਉਂਕਿ ਇਹਨਾਂ ਪਾਰਟੀਆਂ ਨੇ ਹੀ ਰਾਜ ਕਰਨਾ ਦੇਸ਼ ਤੇ,
ਅਗਰ ਇਹਨਾਂ ਪਾਰਟੀਆਂ ਦੇ ਵਿੱਚ ਹੀ ਡੈਮੋਕ੍ਰੇਸੀ election commission ਲੱਗੀ, ਦੀ- ਖਾਸ ਕਰਕੇ ਅਗਰ ਅਸੀਂ ਅਮਰੀਕਾ ਦੀ ਇਲੈਕਸ਼ਨਸ ਦੀ ਗੱਲ ਕਰੀਏ, ਉੱਥੇ ਤੁਸੀਂ ਦੇਖਦੇ ਹੋਵੋਗੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਜਾਂ ਫਿਰ ਰਿਪਬਲਿਕਨ, ਅੱਜ ਕੱਲ੍ਹ ਰਿਪਬਲਿਕ ਪਾਰਟੀ ਕਿਉਂਕਿ ਰਾਸ਼ਟਰਪਤੀ ਹੈ, ਡੈਮੋਕ੍ਰੈਟਿਕ ਪਾਰਟੀ ਦੇ 1 2 3 4 5 6 ਲੋਕ ਆਪਸ ਵਿੱਚ ਪਹਿਲਾਂ ਲੜਦੇ ਆ, ਕਈ ਮਹੀਨਿਆਂ ਦਾ ਆਪਸ ਵਿੱਚ ਬਹਿਸ ਹੁੰਦੀ ਰਹਿੰਦੀ ਹੈ, ਪਾਰਟੀ ਸਤਰ ਤੇ ਓਪਨ ਬਹਿਸ ਹੈ, ਮੈਂ ਇਹ ਕਰਾਂਗਾ, ਉਹ ਕਹਿੰਦਾ ਮੈਂ ਇਹ ਕਰਾਂਗਾ। ਲੇਕਿਨ ਇੱਥੇ ਕੀ ਹੈ ਕਿ ਇੱਥੇ ਕੋਈ ਨਹੀਂ ਬੋਲ ਸਕਦਾ। ਇੱਥੇ ਜਿਹੜਾ ਲੀਡ ਕਹਿੰਦਾ ਉਹ ਇੱਥੇ ਹਾਈ ਕਮਾਂਡ ਸਿਸਟਮ ਜਿਹੜਾ ਲੀਡ ਕਰ ਰਿਹਾ ਹੁੰਦਾ ਉਹ ਕਹਿੰਦਾ ਮੈਂ ਜੋ ਕਰਾਂਗਾ ਉਹ ਹੋਏਗਾ, ਤੇ ਥੱਲੇ ਵਾਲੇ ਕਹਿੰਦੇ ਠੀਕ ਹੈ ਜੀ। ਇਸੇ ਕਰਕੇ ਆ ਜਿਹੜੀ ਬਹਿਸ ਨਹੀਂ ਹੈ, ਮਤਲਬ ਇੰਟਰਨਲ ਪੋਲਿਟਿਕਸ ਬਹਿਸ ਨਹੀਂ ਹੈਗੀ। ਜਿਹੜੀਆਂ ਫੁੱਟਾਂ ਪੈਂਦੀਆਂ, ਜਿਹੜੇ ਗਰੁੱਪ ਟੁੱਟ ਕੇ ਚਲੇ ਜਾਂਦੇ ਆ, ਆ ਜਿਹੜੀ ਅਸੀਂ ਸਥਿਤੀ ਫੇਸ ਕਰਦੇ ਆ, ਸਰਕਾਰਾਂ ਦਾ ਹਿਲਣਾ ਜੁਲਣਾ, ਇਹ ਇਹਦਾ ਹੀ ਕਾਰਨ ਹੈ। ਕਿਉਂਕਿ ਜਿਹੜੇ ਆਖਰ ਜਿਹੜਾ ਵਰਕਰ ਲੱਗਾ ਹੁੰਦਾ ਬੜੇ ਵੱਡੇ ਪੈਮਾਨੇ ਤੇ, ਜਿਹਨੇ ਘਰ ਘਰ ਜਾ ਕੇ ਮੈਂਬਰ ਬਣਾਏ ਹੁੰਦੇ ਆ, ਜਿਹਨੂੰ ਇਹ ਦੱਸਿਆ ਗਿਆ ਹੁੰਦਾ ਕਿ ਤੁਸੀਂ ਮੈਂਬਰ ਬਣਾਓਗੇ, ਫਿਰ ਤੁਸੀਂ ਡੈਲੀਗੇਟ ਬਣ ਜਾਓਗੇ, ਡੈਲੀਗੇਟ ਬਣਨ ਤੋਂ ਬਾਅਦ ਚੁਣਾਵ ਹੋਏਗਾ, ਪਰ ਜਦੋਂ ਉਹ ਸਥਿਤੀ ਆਉਂਦੀ ਹੈ ਉਹ ਕਹਿੰਦੇ ਆ ਗਏ ਜੀ, ਤਾਂ ਤੁਸੀਂ ਉਹਨਾਂ ਦਾ ਫਿਰ ਜਿਹੜੀ ਮਨੋਵਸਥਾ ਜਾਣ ਸਕਦੇ ਜੇ, ਤਾਂ ਹੀ ਇਹ ਕੁਝ ਹੁੰਦਾ। ਸੋ ਡੈਮੋਕ੍ਰੇਸੀ ਨੂੰ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਜਦੋਂ ਇਹ ਪੱਕਾ ਕੀਤਾ ਕਿ ਪਾਰਟੀਆਂ ਨੂੰ ਆਪਣੇ ਇਲੈਕਸ਼ਨ ਜਿਹੜਾ ਕਨਸਟੀਟਿਊਸ਼ਨ ਦੇ ਤਹਿਤ ਜਿਹੜੀ ਉਹਨਾਂ ਦੀ ਅਵਧੀ ਹੈ ਉਹ 'ਚ ਕਰਾਉਣੇ ਪੈਣਗੇ, ਫਾਰਮੈਲਿਟੀ ਹੁੰਦੀ ਹੈ, ਨਾ ਇਲੈਕਸ਼ਨ ਹੀ ਦਿੱਤਾ ਜਾਂਦਾ, ਉਹਨੂੰ ਸਰਬਸੰਮਤੀ ਪਾ ਲਿਆ ਜਾਂਦਾ। ਬੇਸਿਕਲੀ ਉਹ ਸਰਬਸੰਮਤੀ ਨਹੀਂ ਹੁੰਦੀ, ਹੁੰਦੇ ਤਾਂ ਆਦੇਸ਼ ਆ, ਸਰਬਸੰਮਤੀ ਨਹੀਂ ਹੁੰਦੀ ਉਹ। ਸੋ ਇਸ ਕਰਕੇ ਜਿਹੜਾ ਸਾਰੀਆਂ ਪਾਰਟੀਆਂ ਨੂੰ, ਨਾਟ ਓਨਲੀ ਮਤਲਬ ਵਨ ਪਾਰਟੀ, ਸਾਰੀਆਂ ਪਾਰਟੀਆਂ ਨੂੰ ਚਾਹੀਦਾ ਕਿ ਇਸ ਪਿੱਛੇ ਜੇ ਯੂਥ ਕਾਂਗਰਸ ਨੇ ਕੀਤਾ ਸੀ, ਦੇਖੋ ਇਹ ਉਹਦੀ ਤਾਰੀਫ ਦੀ ਗੱਲ ਹੈ, ਯੂਥ ਕਾਂਗਰਸ ਨੇ ਪਿੱਛੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਕੀਤੀ ਹੈ, ਬਹੁਤ ਸਾਰੀਆਂ ਸੀਟਾਂ ਉਹਨਾਂ ਨੇ ਜਿਹੜੀਆਂ ਵੋਟਿੰਗ ਪੋਲਿੰਗ ਦੇ ਆਧਾਰ ਤੇ ਕੀਤੀਆਂ। ਸ਼ਾਇਦ ਇਸੇ ਕਰਕੇ ਇਸ ਵੇਲੇ ਯੂਥ ਕਾਂਗਰਸ 'ਚ ਇਹ ਤਾਂ ਹੋ ਸਕਦਾ ਕਿ ਯੂਥ ਕਾਂਗਰਸ ਸਲੋ ਚੱਲ ਰਹੀ ਹੋਵੇ, ਪਰ ਯੂਥ ਕਾਂਗਰਸ ਹਲੇ ਕਦੀ ਐਸਾ ਰੌਲਾ ਨਹੀਂ ਸੁਣਦਾ ਇੱਕ ਦੂਸਰੇ ਦੇ ਵਿਰੋਧ ਜਿਹੜਾ। ਜਿੱਦਾਂ ਕਿ ਆਪਾਂ ਛੋਟੇ ਬਰੀਫਲੀ ਅਗਰ 3 ਐਗਜ਼ਾਮਪਲ ਦੇਖੀਏ, ਢੀਂਡਸਾ ਗਰੁੱਪ, ਜਿੱਦਾਂ ਸਰ ਨੇ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਨੂੰ ਪਾਰਟੀ ਪਲੇਟਫਾਰਮ 'ਤੇ ਆ ਕੇ ਗੱਲ ਕਰਨੀ ਚਾਹੀਦੀ ਸੀ, ਤੇ ਇਹਦੇ ਵਿੱਚ ਸਚਿਨ ਪਾਇਲਟ ਨੂੰ ਆਪਣੀ ਪਾਰਟੀ ਪਲੇਟਫਾਰਮ 'ਤੇ ਆ ਕੇ ਸਿੱਧੇ ਕਹਿਣਾ ਜੀ ਮੇਰੇ ਨਾਲ ਇੰਨੇ ਵਿਧਾਇਕ ਆ, ਮੇਰਾ ਆ ਮੰਗ ਹੈ, ਇੱਕ ਡਿਬੇਟ ਹੋ ਜਾਏ, ਕਿ ਹੈਲਦੀ ਡਿਬੇਟ ਹੋ ਜਾਏ, ਚਾਹੇ ਪਬਲਿਕ ਦੇ ਵਿੱਚ ਕਿਸੇ ਟੈਲੀਵਿਜ਼ਨ 'ਤੇ ਹੋ ਜਾਏ। ਔਰ ਸਰ ਅਗਲੀ ਗੱਲ ਜਿਹੜੀ ਆ ਉਹ ਸੁਧੀਰ ਸੂਰੀ ਜਿਹੜਾ ਕੋਈ ਸ਼ਿਵ ਸੈਨਾ ਹੈ, ਪਤਾ ਨਹੀਂ ਕਿਹੜੀ ਸ਼ਿਵ ਸੈਨਾ, ਇੱਕ ਤਾਂ ਸ਼ਿਵ ਸੈਨਾ ਬਹੁਤ ਸਾਰੀ ਹੈਗੀਆਂ, 25-30 ਸ਼ਿਵ ਸੈਨਾ ਹੈਗੀਆਂ ਨੇ, ਇਹ ਆਪਣੇ ਆਪ ਨੂੰ ਸ਼ਿਵ ਸੈਨਾ ਟਕਸਾਲੀ ਕਹਿੰਦੇ ਆ। ਹਾਂਜੀ, ਸ਼ਿਵ ਸੈਨਾ ਟਕਸਾਲੀ ਕਹਿੰਦੇ ਆ। ਉਹ ਇੰਦੌਰ ਤੋਂ ਗ੍ਰਿਫਤਾਰ ਹੋਇਆ ਹੈ। ਉਹ ਐਸਾ ਹੈ ਕਿ ਦੇਖੋ ਜਿਹੜੇ ਇਹ ਇਸ ਕਿਸਮ ਦੇ ਲੋਕ ਆ, ਮੈਨੂੰ ਕਦੀ ਕਦੀ ਤਾਂ ਰਵੀ ਜੀ ਇਹ ਲੱਗਦਾ ਕਿ ਇਹ ਜਿਹੜੀਆਂ ਸ਼ਿਵ ਸੈਨਾ ਬਣੀਆਂ ਫਿਰਦੀਆਂ ਨਾ ਜੀ, ਇਹ ਕਿਤੇ ਨਾ ਕਿਤੇ ਏਜੰਸੀਆਂ ਦੇ ਅੱਗੇ ਜਿਹੜੇ ਹੁੰਦੇ ਨਾ ਟੂਲ, ਉਹ ਨੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਵਾਲੀ ਸ਼ਿਵ ਸੈਨਾ ਤਾਂ ਹੈਗੀ ਹੈ, ਉਹ ਮੈਂ ਪੰਜਾਬ ਦੀ ਜ਼ਿਕਰ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਬਾਲਾ ਸਾਹਿਬ ਠਾਕਰੇ ਤੋਂ ਬਾਅਦ ਪੰਜਾਬ 'ਚ ਹੀ ਆ ਕੇ ਸ਼ਿਵ ਸੈਨਾ ਬਹੁਤ ਸਾਰੀਆਂ ਮਿਲਦੀਆਂ ਔਰ ਕਈ ਨੇ। ਤਾਂ ਮੈਨੂੰ ਕਦੀ ਕਦੀ ਇਹ ਲੱਗਦਾ ਵੀ ਇਹ ਜਿਹੜੀਆਂ ਛੋਟੇ ਛੋਟੇ ਗਰੁੱਪਸ ਬਣ ਜਾਂਦੇ ਆ ਨਾ ਜੀ, ਇਹਨਾਂ ਕੋਲ ਜਿਸ ਕਿਸਮ ਨਾਲ ਹਾਈ ਸਿਕਿਉਰਿਟੀਜ਼ ਦਿੱਤੀਆਂ ਜਾਂਦੀਆਂ, ਦੂਸਰੀਆਂ ਦਿੱਤੀਆਂ ਜਾਂਦੀਆਂ, ਫਿਰ ਇਹ ਜਿਹੜੀ ਭਾਸ਼ਾ ਇੱਕ ਦੂਸਰੇ ਦੇ ਖਿਲਾਫ ਬੋਲ ਕੇ ਮਾਹੌਲ ਖਰਾਬ ਕਰਦੇ ਆ। ਜਿੱਦਾਂ ਉਹ ਦੂਸਰੇ ਪਾਸੇ ਵੀ ਖਾਲਿਸਤਾਨ ਵਾਲੇ ਵੀ ਕਿਤੇ ਨਾ ਕਿਤੇ ਉਧਰ ਦੀਆਂ ਉਹਨਾਂ ਨੂੰ ਦੂਸਰੀਆਂ ਏਜੰਸੀਆਂ ਯੂਜ਼ ਕਰ ਰਹੀਆਂ, ਫਿਰ ਉਹਨਾਂ ਨੂੰ ਕਾਊਂਟਰ ਕਰਨ ਲਈ ਇਹ ਬੋਲਦੇ ਆ। ਇਹਨਾਂ ਹੁਣ ਜਿਹੜਾ ਸੂਰੀ ਹੈ, ਇਹਦੇ ਕੋਲ 15 ਗਨਮੈਨ ਸੀ। ਅੱਛਾ, ਇਹਨੂੰ ਇਹ ਕਹਿੰਦੇ ਸੀ ਜੀ ਇਹਨੂੰ ਖਤਰਾ ਜੀ, ਇਹਨਾਂ ਨੂੰ ਖਤਰਾ ਹੈ। ਕੌਣ ਵੈਸੇ? ਇਹ ਬੇਸਿਕਲੀ ਸ਼ਿਵ ਸੈਨਾ ਜਿਹੜੀ ਪਤਾ ਨਹੀਂ ਕਦੀ ਕਿਹੜੀ ਸ਼ਿਵ ਸੈਨਾ, ਹੁਣ ਇਹਦੀ ਕੋਈ ਸ਼ਿਵ ਸੈਨਾ ਟਕਸਾਲੀ ਸੀ। ਸੋ ਇਹਨੇ ਹੁਣ ਜਿਹੜੀ ਰੀਸੈਂਟ ਜਿਹਦੇ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ, ਇਹਨੇ ਇੱਕ ਐਸੀ ਵੀਡੀਓ ਵਾਇਰਲ ਕੀਤੀ ਸੀ ਜਿਹਦੇ ਵਿੱਚ ਇਹਨੇ ਇੱਕ ਵਿਸ਼ੇਸ਼ ਕਮਿਊਨਿਟੀ ਜਿਹੜੀ ਸਾਡੀ ਪੰਜਾਬ ਦੀ ਵੱਡੀ ਕਮਿਊਨਿਟੀ ਹੈ ਉਹਦੇ ਬਾਰੇ ਬੜਾ ਇਹਨੇ ਜਿਹੜਾ ਕੁਫਰ ਤੋਲਿਆ, ਇੱਥੋਂ ਤੱਕ ਕਿ ਉਹਨਾਂ ਦੀਆਂ ਬੀਬੀਆਂ ਬਾਰੇ ਵੀ ਜਿਹੜਾ ਕੁਝ ਐਸਾ ਹੋਇਆ ਜਿਹਦਾ ਬੜਾ ਰਿਐਕਸ਼ਨ ਆਇਆ ਸੀ। ਅੱਛਾ, ਹੁਣ ਮੈਂ ਮਜ਼ੇਦਾਰ ਗੱਲ ਇਹ ਦੱਸਦਾ ਕਿ ਦੇਖੋ ਇਹਦੇ ਤੇ 7-8 ਕੇਸ ਪਹਿਲਾਂ ਵੀ ਇਦਾਂ ਦੇ ਚੱਲ ਰਹੇ ਸੀ, ਔਰ ਇਹ ਜਦੋਂ ਜ਼ਮਾਨਤ ਤੇ ਹੀ ਬਾਹਰ ਆਇਆ ਸੀ ਤੇ ਆਂਦੇ ਇਹ ਵੀਡੀਓ ਵਾਇਰਲ ਕੀਤੀ ਇਹਨੇ। ਅੱਛਾ, ਉਸ ਵੇਲੇ ਤਾਂ ਸਰਕਾਰ ਨੇ ਇਹਨੂੰ 14 ਗਨਮੈਨ ਦੇ ਦਿੱਤੇ, 8 ਦੇ ਨਾਲ ਤੁਰੇ ਫਿਰਦੇ, 5 ਦੇ ਘਰ ਦੇ ਬਾਹਰ ਸੀ, ਇਹਨੂੰ ਖਤਰਾ ਹੈ। ਅੱਛਾ, ਹੁਣ ਜਦੋਂ ਇਹਨੂੰ ਇੰਦੌਰ ਤੋਂ ਫੜ ਕੇ ਲਿਆਂਦਾ ਤੇ 1 ਮਿੰਟ 'ਚ ਖਤਰਾ ਖਤਮ ਹੋ ਗਿਆ, ਉਹਦੇ ਘਰੋਂ ਵੀ ਚੱਕਤੇ ਤੇ ਦੂਜੇ ਵੀ ਚੱਕਤੇ। ਸੋ ਮੈਨੂੰ ਲੱਗਦਾ ਵੀ ਇਹ ਅਗਰ ਇਸ ਕਿਸਮ ਦੇ ਜਿਹੜੇ ਸਮੂਹ ਹੈ, ਇਹ ਕੌਣ ਨੇ, ਇਹ ਏਜੰਸੀਆਂ ਚਲਾ ਰਹੀਆਂ, ਕਿੱਥੋਂ ਆਏ ਆ? ਮੈਨੂੰ ਲੱਗਦਾ ਕਿ ਇਹਨਾਂ ਸਮੂਹਾਂ ਦੇ ਨਾਲ ਅਗਰ ਇਸ ਕਿਸਮ ਦਾ ਹੀ ਵਰਤਾਰਾ ਹੋਣਾ ਚਾਹੀਦਾ ਹੈ। ਜਿਹੜਾ ਗਲਤ ਬੋਲਦਾ ਉਹਦੀ ਧੌਣ ਨੱਪਣੀ ਚਾਹੀਦੀ ਹੈ ਉਸੇ ਵੇਲੇ, ਉਹ ਕੋਰਟ ਡਿਸੀਜਨ ਕਰ ਦੇਗਾ ਬਾਅਦ 'ਚ ਕੀ ਹੁੰਦਾ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਪੰਜਾਬ ਦਾ ਮਾਹੌਲ ਜੇ ਬਚਾਉਣਾ ਤੇ ਇਸ ਕਿਸਮ ਦੇ ਸਮੂਹ ਜਿਹੜੇ ਮਤਲਬ ਸੈਲਫ ਸਟਾਈਲਡ, ਇੱਕ ਸ਼ਿਵ ਸੈਨਾ ਤਾਂ ਆਈ ਤਾਂ ਬਾਲ ਠਾਕਰੇ ਵਾਲੀ ਸੀ, ਜਦੋਂ ਤੁਸੀਂ ਕਿਹਾ ਵੀ ਬਾਲਾ ਸਾਹਿਬ ਵਾਲੀ ਜਿਹੜੀ ਆਈ ਸੀ ਉਹਦਾ ਕਿਸੇ ਨੇ ਨਾਲ ਉਹਦੇ ਲਾਤਾ ਸ਼ਿਵ ਸੈਨਾ ਬਾਲ ਠਾਕਰੇ। ਅਸਾ ਸ਼ਿਵ ਸੈਨਾ ਬਾਲ ਠਾਕਰੇ ਨਾਂ ਦੀ ਤੇ ਕੋਈ ਪਾਰਟੀ ਨਹੀਂ ਹੈਗੀ। ਸੋ ਇੱਥੇ ਤਾਂ ਲਗਾਇਆ ਕਿ ਬਹੁਤ ਸਾਰੀਆਂ ਬਣ ਗਈਆਂ, ਨਹੀਂ ਉਹਨਾਂ ਨੇ ਬਾਲ ਠਾਕਰੇ ਲਾਤਾ, ਬਾਲ ਠਾਕਰੇ ਲਾ ਕੇ ਇੱਥੇ ਆ ਗਈ, ਫਿਰ ਸ਼ਿਵ ਸੈਨਾ ਸਮਾਜਵਾਦੀ ਬਣ ਗਈ, ਉਹ ਚੋਂ ਫਿਰ ਸ਼ਿਵ ਸੈਨਾ ਰਾਸ਼ਟਰਵਾਦੀ ਬਣ ਗਈ, ਫਿਰ ਸ਼ਿਵ ਸੈਨਾ। ਹੁਣ ਸ਼ਿਵ ਸੈਨਾ ਸਮਾਜਵਾਦੀ ਕਿੱਦਾਂ ਹੋ ਸਕਦੀ ਹੈ ਜੇ ਸ਼ਿਵ ਸੈਨਾ ਦੇ ਵਿਊ ਉਹਦੇ ਨਾਲ ਦੇਖੋ? ਇਹਨੇ ਸ਼ਿਵ ਸੈਨਾ ਟਕਸਾਲੀ ਬਣਾ ਲਈ। ਹੁਣ ਜੇ ਭੋਲੇਨਾਥ ਵੀ ਕਨਫਿਊਜ਼ ਹੋ ਜਾਣਗੇ, ਭਾਈ ਇੰਨੀਆਂ ਸ਼ਿਵ ਸੈਨਾ ਮੇਰੇ ਨਾਮ ਤੇ ਬਣਾਤੀਆਂ। ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੇ ਛੋਟੇ ਛੋਟੇ ਗਰੁੱਪਸ ਹੈ, ਇਹ ਮਾਹੌਲ ਨੂੰ ਵਿਗਾੜਨ ਲਈ, ਬੋਲਣ ਲਈ, ਕਿਉਂਕਿ ਇਹਨਾਂ ਦਾ ਫੇਸ ਜਿਹੜਾ ਹੁੰਦਾ, ਇਹਨਾਂ ਦਾ ਜਿਹੜਾ ਮੁਖੌਟਾ ਹੁੰਦਾ, ਉਹ ਤਾਂ ਪੋਲੀਟੀਕਲ ਹੀ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਮੈਨੂੰ ਲੱਗਦਾ ਵੀ ਇਹਨੂੰ ਸਖਤੀ ਦੇ ਨਾਲ ਜਿਹੜਾ ਹੈਗਾ, ਸਖਤੀ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਦੇਖੋ ਅਭਿਵਿਅਕਤੀ ਦੇ ਅਧਿਕਾਰ ਦਾ ਮਤਲਬ ਇਹ ਨਹੀਂ ਹੁੰਦਾ
ਕਿ ਤੁਸੀਂ ਗਾਲੀ ਗਲੌਚ ਤੇ ਉਤਰੋ। ਅਭਿਵਿਅਕਤੀ ਦਾ ਅਧਿਕਾਰ ਹੈ ਵਿਚਾਰ ਪ੍ਰਗਟ ਕਰਨਾ। ਤਾਂ ਸਰ ਇਹ ਸ਼ਖਸ ਕਿਆ ਕੋਈ ਪੋਲੀਟੀਕਲ ਜਥੇਬੰਦੀ ਨਾਲ ਪਹਿਲਾਂ ਵੀ ਜੁੜਿਆ ਹੋਇਆ ਸੀ, ਮਤਲਬ ਉਹਦਾ ਏਜੰਡਾ ਕੀ ਹੈ, ਡਿਵੈਲਪਮੈਂਟ ਵੀ ਹੈ ਕੋਈ ਏਜੰਡਾ ਜਾਂ ਸਿਰਫ ਇਹਨਾਂ ਪਾਰਟੀਆਂ ਦਾ ਏਜੰਡਾ ਅੱਜ ਤੱਕ ਤਾਂ ਸਾਹਮਣੇ ਕੋਈ ਆਇਆ ਨਹੀਂ, ਜਿਨ੍ਹਾਂ ਨੂੰ ਮੈਂ ਤਾਂ ਪਾਰਟੀਆਂ ਵੀ ਨਹੀਂ ਕਹਿਣਾ, ਮੈਂ ਇਹਨਾਂ ਨੂੰ ਸਮੂਹ ਕਹਿੰਦਾ। ਤੇ ਇਹਨਾਂ ਦੀ ਕੋਈ ਪਿਛਲੀ ਪੋਲੀਟੀਕਲ ਬੈਕਗ੍ਰਾਉਂਡ ਕੋਈ ਐਸੀ ਹੈ ਕਿ ਜਿੱਦਾਂ ਕੋਈ ਕਾਂਗਰਸ ਚੋਂ ਨਿਕਲ ਕੇ ਅਕਾਲੀ ਦਲ 'ਚ ਆ ਗਿਆ, ਕੋਈ ਅਕਾਲੀ ਦਲ ਚੋਂ ਨਿਕਲ ਕੇ ਬੀਜੇਪੀ ਚਲੇ ਗਿਆ, ਐਸਾ ਨਹੀਂ ਹੈਗਾ। ਇਹ ਸਾਰੇ ਨਵੇਂ ਚਿਹਰੇ ਇਸ ਕਿਸਮ ਦੇ ਬਣਦੇ ਆ। ਔਰ ਮੈਂ ਜਿਹੜੀ ਸ਼ੁਰੂ 'ਚ ਤੁਹਾਡੇ ਨਾਲ ਗੱਲ ਕੀਤੀ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਬਣਾਉਣ ਦੇ ਮਗਰ ਕੋਈ ਨਾ ਕੋਈ ਗੱਲਬਾਤ ਰਹਿੰਦੀ ਹੈ, ਕਿਉਂਕਿ ਇਹ ਪੰਜਾਬ 'ਚ ਹੀ ਹੈ ਬਹੁਤਾ ਖਲਾਰਾ ਜਿਹੜਾ। ਸੋ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਦਰੁਸਤ ਹੋਈ ਹੈ। ਔਰ ਬਾਕੀ ਆਪੇ ਜੁਡੀਸ਼ਰੀ ਦੱਸ ਦੇਗੀ ਕੋਰਟ 'ਚ ਕੇਸ ਨੇ ਜਾਣਾ। ਮੈਨੂੰ ਲੱਗਦਾ ਵੀ ਇਹੋ ਜਿਹੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀ ਅਭਿਵਿਅਕਤੀ ਦਾ ਜਿਹੜਾ ਆਪਣਾ ਰਾਈਟ ਟੂ ਐਕਸਪ੍ਰੈਸ਼ਨ ਹੈ, ਉਹਦਾ ਮਤਲਬ ਇਹ ਨਹੀਂ ਕਿ ਦੂਜੇ ਨੂੰ ਗਾਲੀ ਕੱਢੋ, ਦੂਜੇ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਓ। ਇਸ ਕਰਕੇ ਇਹਦਾ ਵੀ ਦਾਇਰਾ ਜਿਹੜਾ ਤੈਅ ਹੋਣਾ ਚਾਹੀਦਾ। ਔਰ ਸਿਰਫ ਸੂਰੀ ਨਹੀਂ, ਮੈਂ ਸੂਰੀ ਜਾਂ ਮੈਂ ਸ਼ਿਵ ਸੈਨਾਵਾਂ ਦੀ ਗੱਲ ਨਹੀਂ ਕਰਦਾ। ਇਸ ਕਿਸਮ ਦੀਆਂ ਜਿਹੜੇ ਵੀ ਸਮੂਹ, ਉਹ ਚਾਹੇ ਖਾਲਿਸਤਾਨ ਪੱਖੀ ਨੇ, ਚਾਹੇ ਕੋਈ ਵੀ ਕੱਟਰਪੰਥੀ ਨੇ ਜਾਂ ਦੂਜੇ ਨੇ, ਜਾਂ ਨਾ ਵੀ ਕੱਟਰਪੰਥੀ ਹੋਣ, ਮਤਲਬ ਕਈ ਵਾਰੀ ਸਾਡੇ ਗੀਤਾਂ ਨੂੰ ਲੈ ਕੇ ਆਉਂਦਾ ਵੀ ਤੁਸੀਂ ਗੀਤ ਗਾਉਣ ਨੂੰ ਵਿਅਕਤੀ ਦੇ ਅਧਿਕਾਰ 'ਚ ਲੈ ਕੇ ਦੂਸਰੇ ਦੀਆਂ ਭਾਵਨਾਵਾਂ ਨੂੰ ਠੇਸ ਕਰਦੇ, ਫਿਰ 295 ਦੇ ਪਰਚੇ ਦਰਜ ਹੁੰਦੇ ਆ, ਮਾਹੌਲ ਖਰਾਬ ਹੁੰਦਾ। ਸੋ ਸਰਕਾਰ ਨੂੰ ਇਹਦੇ ਤੇ ਸਟ੍ਰਿਕਟਲੀ ਬਿਨਾਂ ਦੇਰੀ, ਵੈਸੇ ਹੁਣ ਸਰਕਾਰ ਕਰ ਰਹੀ ਹੈ ਅੱਜ ਕੱਲ੍ਹ ਜਦੋਂ ਕੰਪਲੇਂਟ ਆਉਂਦੀ ਸਰਕਾਰ ਫਟਾਫਟ ਉੱਤੇ ਰਜਿਸਟ੍ਰੇਸ਼ਨ ਕਰਦੀ ਹੈ। ਸੋ ਇਟਸ ਅ ਗੁੱਡ, ਇਹ ਕਰਨਾ ਚਾਹੀਦਾ ਹੈ। ਔਰ ਇਸ ਕਿਸਮ ਦੇ ਕੋਈ ਵੀ ਪੋਲੀਟੀਕਲ ਹੋਵੇ ਕਿਸੇ ਪ੍ਰੈਸ਼ਰ 'ਚ ਨਹੀਂ ਆਉਣਾ ਚਾਹੀਦਾ। ਇਹ ਸੂਰੀ ਨੂੰ ਜਿਸ ਤਰੀਕੇ ਨਾਲ ਦੱਬਿਆ, ਕਿਉਂਕਿ ਸੂਰੀ ਦੇ ਇਸ ਵਜ੍ਹਾ ਦੇ ਨਾਲ ਬੜਾ ਮਾਹੌਲ ਖਰਾਬ ਹੋ ਰਿਹਾ ਸੀ। ਕਿਉਂਕਿ ਬੇਸ਼ੱਕ ਇਹ ਆਪਣੇ ਵੱਲੋਂ ਤਾਂ ਜਵਾਬ ਕਰਦਾ ਸੀ ਦੂਸਰੇ ਜਿਹੜੇ ਲੋਕ ਜਿਹੜੇ ਵਿਦੇਸ਼ਾਂ 'ਚ ਬੈਠੇ ਕੋਈ ਬੋਲਦੇ ਸੀ, ਪਰ ਉਹਦਾ ਮਤਲਬ ਇਹ ਨਹੀਂ, ਇਹਨੂੰ ਕਿਸੇ ਨੇ ਤੈਅ ਨਹੀਂ ਕੀਤਾ ਕਿ ਤੂੰ ਸਾਡੇ ਵੱਲੋਂ ਉਹਨਾਂ ਨੂੰ ਇਸ ਕਿਸਮ ਦੇ ਜਵਾਬ ਦੇ। ਸੋ ਇਸ ਕਰਕੇ ਬਹੁਤ ਅੱਛਾ ਕੀਤਾ। ਔਰ ਸਰਕਾਰ ਨੂੰ ਲਾਅ ਦੇ ਮੁਤਾਬਕ ਜੋ ਬਣਦਾ ਹੈ, ਜਿਹੜਾ ਇਸ ਕਿਸਮ ਦਾ ਦੇ ਮਾਹੌਲ ਖਰਾਬ ਕਰਨਾ ਚਾਹੁੰਦਾ ਕਿਸੇ ਵੀ ਟੂਲ ਦੇ ਜ਼ਰੀਏ, ਐਸਾ ਹੋਣਾ ਚਾਹੀਦਾ। ਤੇ ਬਹੁਤ ਅੱਛਾ ਕੀਤਾ ਜੀ। ਇੱਦਾਂ ਦੇ ਕਈ ਫ੍ਰਿੰਜ ਐਲੀਮੈਂਟਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੈਗੇ ਨੇ, ਜਿਹੜੇ ਕਿ ਅਗਰ ਉਹਨਾਂ ਨੂੰ ਚਾਹੀਦਾ ਕਿ ਇੱਕਦਮ ਆਇਆ ਨਾ ਇਲੈਕਸ਼ਨ ਲੜਨ, ਚੁਣ ਕੇ ਆਓ, ਅਗਰ ਤੁਹਾਡੇ ਦਮ ਹੈ ਤਾਂ ਲੜਦੇ ਨੇ। ਪਤਾ ਲੱਗ ਜਾਂਦਾ ਜਦੋਂ 1500 ਵੋਟ ਨਹੀਂ ਪੈਂਦੀ, ਪਤਾ ਲੱਗ ਜਾਂਦਾ ਨਾ। ਤੁਸੀਂ ਬਹੁਤ ਜ਼ਿਆਦਾ ਕਹਿੰਦੇ, ਉਦੋਂ 500 ਕਹ ਲਓ, 450 ਵੀ ਕਈਆਂ ਨੂੰ ਪਈ ਹੈ। ਪਰ ਉਹਦੇ ਵਿੱਚ ਵੀ ਜਿਹੜਾ ਤੁਸੀਂ ਕਹੇ ਚੋਣ ਲੜਨ, ਉਹ ਚੋਣ ਵੀ ਇਹਨਾਂ ਨੂੰ ਜਿਹੜੀ ਲੜਾਈ ਜਾਂਦੀ ਹੈ ਨਾ ਜੀ, ਉਹਦਾ ਵੀ ਇੱਕ ਮਕਸਦ ਹੁੰਦਾ ਹੈ ਕਿ ਉਹ ਕਿਤੇ ਨਾ ਕਿਤੇ ਜੋੜ ਤੋੜ ਦਾ ਹੀ ਖੇਲ ਹੁੰਦਾ ਕਿ ਅਗਰ 1500 ਵੋਟ ਵਾਲੇ ਵੀ 10 ਖੜੇ ਆ ਤੇ 15000 ਤੋੜ ਜਾਂਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਪਰ ਇਹ ਉਹਨਾਂ ਨੂੰ ਰੋਕ ਨਹੀਂ ਨਾ ਸਕਦੇ, ਕਿਉਂਕਿ ਉਹ ਤਾਂ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਵੀ ਮੁਲਕ ਦਾ, ਸੂਬੇ ਦਾ ਮਾਹੌਲ ਖਰਾਬ ਕਰਨ ਦੀ ਜੈਨੂਨਲੀ ਜਿਹੜੀ ਕੋਸ਼ਿਸ਼, ਮਤਲਬ ਜਿਹੜੀ ਗਲਤ ਕੋਸ਼ਿਸ਼ ਸੱਚਮੁੱਚ ਹੋ ਰਹੀ ਹੈ, ਉਹਦੇ ਉੱਤੇ ਫੌਰੀ ਹੋਣਾ ਚਾਹੀਦਾ। ਉੱਥੇ ਵੀ ਕਾਨੂੰਨ ਨੂੰ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੇ ਐਵੇਂ ਹੀ ਕਹਿ ਦੇ ਉਹਨੇ ਆ ਗਿਆ। ਸੋ ਇਹ ਬੜਾ ਅੱਛਾ ਡਿਸੀਜਨ ਹੋਇਆ ਕਿ ਸੂਰੀ ਦੇ ਉੱਪਰ ਇਸ ਕਿਸਮ ਦਾ ਹੋਇਆ। ਔਰ ਇਹ ਬਾਕੀਆਂ 'ਤੇ ਵੀ ਹੋਣਾ ਚਾਹੀਦਾ, ਜਿਹੜੇ ਦੂਸਰੇ ਪੱਖ ਆ ਉਹ ਵੀ ਜਿਹੜੇ ਤੁਰੇ ਫਿਰਦੇ ਆ, ਤਾਂ ਹੀ ਸਰਕਾਰ ਦਾ ਜਾਏਗਾ ਕਿ ਇਹ ਜਿਹੜੀ ਹੈ ਇੱਕ ਬਿਲਕੁਲ ਨਿਊਟਰਲ ਵੇ ਦੇ ਵਿੱਚ ਜਿਹੜਾ ਉਹ ਕਰਦੀ ਹੈ। ਜਿਨ੍ਹਾਂ ਦਾ ਜਵਾਬ ਸੂਰੀ ਨੇ ਦਿੱਤਾ ਸੀ, ਉਹਨਾਂ ਦੇ ਉੱਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਆ। ਹੁਣ ਕੋਰੋਨਾ ਦੇ ਇਸ ਕਾਲ ਦੇ ਵਿੱਚ ਹਰ ਚੀਜ਼ ਦੀ ਓਵਰਹਾਲਿੰਗ, ਹਰ ਚੀਜ਼ ਨੂੰ ਰੀਸੈਟ ਕਰ ਰਹੇ ਹਾਂ ਅਸੀਂ, ਨਵੇਂ ਪ੍ਰੋਗਰਾਮ ਬਣਾ ਰਹੇ ਹਾਂ, ਨਵੇਂ ਸਿਸਟਮ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਤੇ ਸਾਨੂੰ ਚਾਹੀਦਾ ਕਿ ਬਹੁਤ ਸਾਰੇ ਰਿਫਾਰਮ ਕਰੀਏ ਔਰ ਲੋਕ ਵੀ ਜਾਗਰੂਕ ਹੋਣ। ਤੇ ਅੱਜ ਆਪਣੇ ਇਸ ਕਾਰਜਕ੍ਰਮ 'ਚ ਰਾਕੇਸ਼ ਜੀ ਇਤਨਾ ਹੀ, ਤੇ ਫਿਰ ਅਸੀਂ ਤੁਹਾਡੇ ਕੋਲ ਕੱਲ ਮਾਰਨਿੰਗ ਪਹੁੰਚਾਂਗੇ ਇਸੇ ਖਬਰਾਂ ਦੇ ਖਬਰ ਪ੍ਰੋਗਰਾਮ ਦੇ ਵਿੱਚ। ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਕਰੋਨਾ ਦੀ ਗੱਲ ਜਾਂਦੇ ਜਾਂਦੇ ਕੀਤੀ ਸੀ ਕਿ ਸਟੇਟ ਗਵਰਨਮੈਂਟ ਦਾ ਜਿਹੜਾ ਇੱਕ ਆਇਆ ਸਮੀਖਿਆ ਆਈ ਹੈ, ਜਲੰਧਰ ਸਭ ਤੋਂ ਵੱਡਾ ਜ਼ੋਨ ਬਣ ਕੇ ਸਾਹਮਣੇ ਆਇਆ। ਸੋ ਜਲੰਧਰ ਵਾਲਿਓ, ਜਲੰਧਰ ਵਾਲਿਓ ਚੇਤ ਜਾਓ ਇਸ ਕਰਕੇ, ਕਿਉਂਕਿ ਇਹ ਨਾ ਹੋਵੇ ਕਿ ਕੱਲ ਮੁੱਖ ਮੰਤਰੀ ਨੇ ਫਿਰ ਕਿਹਾ ਕਿ ਸਖਤੀ ਕਰਨੀ ਪਊਗੀ। ਸੋ ਐਸਾ ਮੈਨੂੰ ਲੱਗਦਾ ਦੇਖੋ ਨਾ, ਚਲੋ ਅਮਿਤਾਭ ਬੱਚਨ ਉਦਾਂ ਹੀ ਹੋਇਆ ਜਿੱਦਾਂ ਆਮ ਰਿਕਸ਼ੇ ਵਾਲਾ ਹੁੰਦਾ, ਅਮਿਤਾਭ ਬੱਚਨ ਕਰਕੇ ਰੌਲਾ ਜ਼ਿਆਦਾ ਪੈ ਗਿਆ। ਸੋ ਠੀਕ ਹੈ, ਉਹਨਾਂ ਸਦੀ ਦੇ ਮਹਾਨਾਇਕ ਕਹੇ ਜਾਂਦੇ ਆ, ਉਹਨਾਂ ਨੂੰ ਆਦਰ ਮਾਣ, ਉਹਨਾਂ ਦੇ ਪ੍ਰਤੀ ਚਿੰਤਾ, ਕਿਉਂਕਿ ਇਹ ਤੱਕ ਚਲੋ ਕਰੋਨਾ ਹੈ। ਉਹ ਜਦੋਂ ਉਹਨਾਂ ਦੇ ਢਿੱਡ 'ਚ ਘਸੁੰਨ ਵੱਜਿਆ ਸੀ, ਇੱਕ ਵਾਰੀ ਪਨੀਤ ਇਸਰ ਨੇ ਮਾਰਤਾ ਸੀ ਕਿ ਸ਼ੂਟਿੰਗ 'ਚ, ਉਦੋਂ ਵੀ ਲੋਕਾਂ ਦਾ ਪ੍ਰੇਮ ਹੁੰਦਾ ਹੈ। ਹਾਲੇ ਕਿ ਕਈ ਜਗ੍ਹਾ ਆਲੋਚਨਾ ਵੀ ਹੁੰਦੀ ਹੈ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਅਮਿਤਾਭ ਬੱਚਨ ਜੀ ਜਾਂ ਜਿਹੜੇ ਬਾਕੀ ਉਹਨਾਂ ਦੇ ਪਰਿਵਾਰਕ ਲੋਕ ਆ, ਹੋਰ ਵੀ ਸਾਡੇ ਐਕਟਰਸ ਹੋਏ ਨੇ, ਕਈ ਤਾਂ ਚਲੇ ਗਏ। ਇੱਕ ਕੋਈ ਦਿਵਿਆ ਨਾਂ ਦੀ ਲੜਕੀ ਸੀ ਜਿਹੜੀ, ਉਹਦੀ ਵੀ ਕੈਂਸਰ ਨਾਲ ਡੈਥ ਹੋਈ ਹੈ ਨਾ। ਸੋ ਇਸ ਕਿਸਮ ਦੇ ਜਿਹੜੇ ਫੈਨਸ ਹੁੰਦੇ ਆ, ਉਹਨਾਂ ਦੀ ਇੱਛਾ ਤੇ ਹੁੰਦੀ ਹੈ ਕਿਉਂਕਿ ਉਹਨਾਂ ਦੇ ਨਾਲ ਉਹ ਜੁੜੇ ਹੁੰਦੇ ਆ। ਸੋ ਅਮਿਤਾਭ ਬੱਚਨ ਉਹਨਾਂ ਦੀ ਲੋਕਪ੍ਰਿਯਤਾ ਇੰਨੀ ਹੈ ਕਿ ਮੈਂ ਤੁਹਾਨੂੰ ਦੱਸਿਆ, ਉਦੋਂ ਵੀ ਲੋਕਾਂ ਨੇ ਮੰਦਰਾਂ 'ਚ ਜਾ ਕੇ ਹਵਨ ਜਾਗ ਕੀਤੇ ਸੀ, ਕਿਸੇ ਨੇ ਖੂਨ ਦੇ ਨਾਲ ਉਹ ਲਿਖ ਦਿੱਤੇ ਸੀ। ਸੋ ਇਹ ਅਸੀਂ ਅਰਦਾਸ ਕਰਦੇ ਹਾਂ ਕਿ ਇਕੱਲੇ ਅਮਿਤਾਭ ਬੱਚਨ ਨਹੀਂ, ਕਿਉਂ ਸਾਰਾ ਜਿਹੜਾ ਸਾਡਾ ਮੁਲਕ ਹੈ, ਉਹ ਜ਼ਮੀਨ 'ਤੇ ਵੀ ਜਿਹੜਾ ਆਦਮੀ ਹੈ ਉਹਨੂੰ ਵੀ ਇਹ ਇਸ ਤਰ੍ਹਾਂ ਦਾ ਕਿਉਂ ਹੋਵੇ। ਸੋ ਇਸ ਆਸ ਦੇ ਨਾਲ ਮੈਂ ਜਲੰਧਰ ਵਾਲਿਆਂ ਨੂੰ ਫਿਰ ਕਹੂੰਗਾ ਵੀ ਬਈ ਆਪਣੇ 'ਤੇ ਮਿਹਰ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ।